ਹੈਲੋ ਨਾਰਥ ਅਮਰੀਕਾ ਦੇ ਸ਼ੋਅ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਅੱਜ ਵੀ ਇਸ ਸ਼ੋਅ ਵਿੱਚ ਅਸੀਂ ਤੁਹਾਡੀਆਂ ਈਮੇਲਸ, ਫੇਸਬੁੱਕ ਅਤੇ ਟਵਿੱਟਰ ਉੱਤੇ ਕਮੈਂਟਸ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਾਂਗੇ। ਇਸ ਦੇ ਨਾਲ ਅਸੀਂ ਤੁਹਾਡੇ ਨਾਲ ਟੈਲੀਫੋਨ ਤੇ ਵੀ ਸੰਪਰਕ ਕਰਾਂਗੇ ਅਤੇ ਵੱਖਰੇ ਮਸਲਿਆਂ ਤੇ ਗੱਲਬਾਤ ਕਰਾਂਗੇ। ਸਾਡਾ ਲਾਈਵ ਸ਼ੋਅ ਜਿਸ ਤੁਸੀਂ ਕਾਲ ਕਰ ਸਕਦੇ ਹੋ ਉਹ ਨਾਰਥ ਅਮਰੀਕਾ ਦੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:30 ਵਜੇ ਸ਼ੁਰੂ ਹੁੰਦਾ ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਵਜੇ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸ਼ੋਅ ਰਿਪੀਟ ਵੀ ਹੋਵੇਗਾ ਜਿਸ ਵੇਲੇ ਜ਼ਾਹਿਰ ਹੈ ਕਿ ਤੁਸੀਂ ਕਾਲ ਨਹੀਂ ਕਰ ਸਕਦੇ। ਅੱਜ ਆਪਾਂ ਕੋਸ਼ਿਸ਼ ਕਰਾਂਗੇ ਦੋ ਮਸਲਿਆਂ ਤੇ ਗੱਲ ਕਰਨ ਦੀ। ਪਹਿਲਾ ਪੰਚਾਇਤੀ ਚੋਣਾਂ ਦੇ ਨਤੀਜੇ ਜਿਨ੍ਹਾਂ ਦੇ ਬਾਅਦ ਕਈ ਥਾਵਾਂ ਤੇ ਧਰਨਿਆਂ ਦੀਆਂ ਰਿਪੋਰਟਸ ਆ ਰਹੀਆਂ ਨੇ। ਦੂਸਰਾ ਪੰਜਾਬ 'ਚ ਵੱਧ ਰਹੇ ਨਸ਼ਿਆਂ ਦੀ ਪ੍ਰੋਬਲਮ। ਜੇ ਸਮਾਂ ਰਿਹਾ ਤਾਂ ਆਪਾਂ ਟੈਲੀਫੋਨ ਸਨੂਪਿੰਗ ਨੂੰ ਵੀ ਵਿਚਾਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੀ। ਜਿਵੇਂ ਆਮ ਫੀਲਿੰਗ ਸੀ ਬਹੁਤੀਆਂ ਥਾਵਾਂ 'ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਉਮੀਦਵਾਰ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਜਿੱਤ ਗਏ ਨੇ, ਪਰ ਕਿਉਂਕਿ ਬੜੇ ਵੱਡੇ ਪੱਧਰ 'ਤੇ ਧਾਂਦਲੇਬਾਜ਼ੀ ਹੋਈ ਅਤੇ ਧੱਕਾ ਵੀ ਹੋਇਆ, ਬਹੁਤ ਥਾਵਾਂ 'ਤੇ ਇਸ ਦੇ ਖਿਲਾਫ ਰੋਸ ਦੀਆਂ ਖਬਰਾਂ ਆ ਰਹੀਆਂ ਨੇ। ਇਨਫੈਕਟ ਚੋਣਾਂ ਦੌਰਾਨ ਇੰਨਾ ਗੁੱਸਾ ਜ਼ਾਹਰ ਨਹੀਂ ਹੋ ਰਿਹਾ ਸੀ ਜਿੰਨਾ ਚੋਣਾਂ ਤੋਂ ਬਾਅਦ ਹੋਇਆ ਹੈ। ਬਹੁਤ ਥਾਵਾਂ 'ਤੇ ਨਾਅਰੇਬਾਜ਼ੀ ਹੋਈ, ਧਰਨੇ ਲੱਗੇ ਅਤੇ ਸੜਕਾਂ 'ਤੇ ਜਾਮ ਵੀ ਲਾਏ ਗਏ। ਮੋਗਾ ਦੇ ਪਿੰਡ ਕਾਲੀਆਂਵਾਲਾ 'ਚ ਉੱਥੋਂ ਦੇ ਕਈ ਉਮੀਦਵਾਰਾਂ ਨੇ DC ਆਫਿਸ ਦੇ ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਪੱਤਰ DC ਨੂੰ ਵੀ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਅਕਾਲੀਆਂ 'ਤੇ ਗੁੰਡਾਗਰਦੀ ਦਾ ਦੋਸ਼ ਵੀ ਲਾਇਆ। ਇਸੇ ਤਰ੍ਹਾਂ ਗੁਰਦਾਸਪੁਰ ਦੇ ਇੱਕ ਪਿੰਡ ਜੋੜਾ 'ਚ ਕਾਂਗਰਸ ਅਤੇ ਪੀਪਲਸ ਪਾਰਟੀ ਆਫ ਪੰਜਾਬ ਦੇ ਸਮਰਥਕਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ, ਚੱਕਾ ਜਾਮ ਲਾਇਆ ਅਤੇ ਨਾਅਰੇਬਾਜ਼ੀ ਕੀਤੀ। ਆ ਤੁਸੀਂ ਸਾਡੇ ਸਕਰੀਨ 'ਤੇ ਇਹ ਸਾਰੇ ਪ੍ਰਦਰਸ਼ਨ ਜਿਹੜੇ ਹੋ ਰਹੇ ਉਹਨਾਂ ਦੀਆਂ ਸਕਰੀਨ ਫੋਟੋਜ਼ ਦੇਖ ਰਹੇ ਜੇ। ਇਸੇ ਤਰ੍ਹਾਂ ਦੀਆਂ ਖਬਰਾਂ ਚਮਕੌਰ ਸਾਹਿਬ ਅਤੇ ਰੋਪੜ ਤੋਂ ਵੀ ਆ ਰਹੀਆਂ ਨੇ। ਉੱਧਰ ਬਰਨਾਲਾ ਦੇ ਪਿੰਡ ਖੁੱਡੀ ਕਲਾਂ 'ਚ ਇੱਕ ਵੱਖਰੇ ਤਰੀਕੇ ਦਾ ਵਾਕਿਆ ਹੋਇਆ। ਉੱਥੋਂ ਜੋ ਰਿਪੋਰਟਸ ਆਈਆਂ ਵਾ ਉਹਦੇ ਮੁਤਾਬਿਕ ਕਾਂਗਰਸੀ ਉਮੀਦਵਾਰ ਜਿੱਤ ਗਿਆ ਸੀ ਅਤੇ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਸੀ ਉਹ ਹਾਰ ਗਿਆ ਸੀ। ਜਦੋਂ ਜਿਹੜੇ ਕਾਂਗਰਸੀ ਉਮੀਦਵਾਰ ਜਸ਼ਨ ਮਨਾ ਰਹੇ ਸੀ ਤਾਂ ਉਸ ਵੇਲੇ ਉਹਨਾਂ ਦੇ ਵਿਰੋਧੀ ਜੋ ਸ਼ਾਇਦ ਅਕਾਲੀ ਸਨ ਉਹਨਾਂ ਨੇ ਉੱਥੇ ਆ ਕੇ ਉਹਨਾਂ ਦੀ ਕੁੱਟਮਾਰ ਕੀਤੀ। ਇਸ ਖਿਲਾਫ SSP ਦਫ਼ਤਰ ਦੇ ਅੱਗੇ ਧਰਨਾ ਵੀ ਸ਼ਾਮ ਨੂੰ ਲੱਗਾ ਰਿਹਾ। ਤਰਨਤਾਰਨ ਦੇ ਇੱਕ ਪਿੰਡ ਪਿੰਡ ਨੋਨੇ 'ਚ ਇੱਟਾਂ ਰੋੜੇ ਵੀ ਚੱਲੇ ਜਿਸ 'ਚ 6-7 ਬੰਦੇ ਜ਼ਖਮੀ ਹੋ ਗਏ। ਇੱਕ ਹਿੰਸਾ ਦੀ ਇਨਫੈਕਟ ਇਹ ਵੀ ਜਿਹੜੀ ਹਿੰਸਾ ਵਾ ਇਹ ਨਤੀਜੇ ਨਿਕਲਣ ਤੋਂ ਬਾਅਦ ਹੀ ਇਹ ਇੱਟੇ ਰੋੜੀਆਂ ਚੱਲੀਆਂ ਉੱਥੇ। ਕਈ ਥਾਵਾਂ 'ਤੇ ਅਕਾਲੀ ਗੁੱਟ ਜਿਹੜੇ ਆ ਉਹ ਆਪਸ ਦੇ ਵਿੱਚ ਹੀ ਝਗੜ ਪਏ। ਇੱਕ ਇਸ ਤਰ੍ਹਾਂ ਦਾ ਵਾਕਿਆ ਝਬਾਲ ਕਸਬੇ 'ਚੋਂ ਹੀ ਆਇਆ ਹੈ। ਇੱਕ ਹੋਰ ਰਿਪੋਰਟ ਮੁਤਾਬਿਕ ਅਜਨਾਲਾ ਨੇੜਿਓਂ ਥੋਬਾ ਪਿੰਡ ਤੋਂ ਇੱਕ ਖਬਰ ਆਈ ਹੈ। ਉੱਥੇ ਵੀ ਰਮਦਾਸ ਅਜਨਾਲਾ ਰੋਡ 'ਤੇ ਕਈ ਘੰਟੇ ਸ਼ਾਮ ਨੂੰ ਕੱਲ੍ਹ ਜਾਮ ਲੱਗੇ ਰਿਹਾ। ਦਿਲਚਸਪ ਗੱਲ ਇਹ ਹੈ ਕਿ ਇਸ ਘਟਨਾ ਦੀ ਗੂੰਜ ਕੈਨੇਡਾ ਤੱਕ ਵੀ ਪਹੁੰਚੀ ਹੈ, ਕਿਉਂਕਿ ਸਾਨੂੰ ਇੱਕ ਸੱਜਣ ਨੇ ਟੋਰਾਂਟੋ ਤੋਂ ਕਾਲ ਕਰਕੇ ਇਸ ਬਾਰੇ ਦੱਸਿਆ ਸੀ, ਫਿਰ ਅਸੀਂ ਆਪਣੀ ਟੀਮ ਉਸ ਪਾਸੇ ਭੇਜੀ ਸੀ। ਇਹ ਸਾਰੀਆਂ ਘਟਨਾਵਾਂ ਬਹੁਤ ਮੇਰੇ ਹਿਸਾਬ ਨਾਲ ਸ਼ਰਮਨਾਕ ਨੇ। ਤੁਸੀਂ ਵੀ ਇਹਦੇ ਨਾਲ ਐਗਰੀ ਕਰੋਗੇ। ਸਰਕਾਰ ਦੀ ਕਾਰਗੁਜ਼ਾਰੀ 'ਤੇ ਸਾਰੀਆਂ ਰਿਪੋਰਟਸ ਜਿਹੜੀਆਂ ਵਾ ਜੋ ਇਸ ਤਰ੍ਹਾਂ ਦੀ ਧੰਦਲੇਬਾਜ਼ੀ ਹੋਈ ਇੱਕ ਤਰੀਕੇ ਦਾ ਧੱਬਾ ਵਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਬਾਕੀ ਤੇ ਜਿਹੜੇ ਆਗੂ ਆ ਕੱਲ੍ਹ ਉਹ ਪ੍ਰੈਸ ਨੂੰ ਮਿਲ ਨਹੀਂ ਸੀ ਰਹੇ, ਪਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਧਾਂਦਲੇਬਾਜ਼ੀ ਦੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਹੈ। ਦੂਜੇ ਪਾਸੇ ਜਿਵੇਂ ਤੁਸੀਂ ਖਬਰਾਂ 'ਚ ਹੀ ਸੁਣਿਆ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ CBI ਦੀ ਜਾਂਚ ਮੰਗ ਕਰ ਰਹੇ ਨੇ। ਉਹ ਇਹ ਵੀ ਕਹਿ ਰਹੇ ਨੇ ਕਿ ਉਹ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣਗੇ। ਜਾਂਚ ਹੋਵੇ ਜਾਂ ਨਾ ਹੋਵੇ, ਅਸਲੀਅਤ ਇਹ ਹੈ ਕਿ ਇਸ ਸਭ ਨੇ ਜਿਹੜਾ ਪੰਜਾਬ ਦਾ ਚਿਹਰਾ ਸਾਹਮਣੇ ਲਿਆਂਦਾ ਹੈ, ਬਾਹਰਲੇ ਮੁਲਕਾਂ 'ਚ ਸਾਹਮਣੇ ਆਇਆ ਹੈ, ਉਹ ਕੋਈ ਬਹੁਤਾ ਸੋਹਣਾ ਨਹੀਂ ਦਿਸਦਾ। ਪੰਜਾਬ ਦੇ ਮੁੱਖ ਮੰਤਰੀ ਉਹ ਇੱਕ ਬਹੁਤ ਪੁਰਾਣੇ ਸਿਆਸਤਦਾਨ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ। ਕਹਿਣਾ ਚੰਗਾ ਤਾਂ ਨਹੀਂ ਲੱਗਦਾ, ਪਰ ਬਾਦਲ ਸਾਹਿਬ ਨੂੰ ਮੇਰੇ ਖਿਆਲ ਸ਼ਾਇਦ ਇਕੱਲੇ ਬਹਿ ਕੇ ਸ਼ਾਇਦ ਇਹ ਵਿਚਾਰਨਾ ਚਾਹੀਦਾ ਕਿ ਕੀ ਉਹ ਇਸ ਉਮਰੇ ਪੰਜਾਬ ਨੂੰ ਇਹੋ ਹੀ ਦੇਣੀ ਚਾਹੁੰਦੇ ਨੇ ਜੋ ਪਿਛਲੇ ਦਿਨਾਂ 'ਚ ਉਹਨਾਂ ਨੇ ਦਿੱਤੀ ਹੈ।
ਸਾਨੂੰ ਕੁਝ ਹੋਰ ਮਸਲਿਆਂ 'ਤੇ ਵੀ ਈਮੇਲਸ ਆਈਆਂ ਨੇ, ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਕਾਲਰਸ ਸੱਜਣ ਮਿੱਤਰ ਜਿਹੜੇ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਹੈਲੋ ਹੈਲੋ ਅੰਕਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੰਕਲ ਜੀ, ਮੈਂ ਸੁਖਪ੍ਰੀਤ ਬੋਲਦੀ ਕੈਲੀਫੋਰਨੀਆ ਤੋਂ। ਨਾਂ ਦੁਬਾਰਾ ਦੱਸਿਓ। ਸੁਖਪ੍ਰੀਤ। ਹਾਂਜੀ, ਸੁਖਪ੍ਰੀਤ ਕੈਲੀਫੋਰਨੀਆ ਤੋਂ ਬੋਲ। ਕੈਲੀਫੋਰਨੀਆ ਕਿਹੜੀ ਜਗ੍ਹਾ? ਯੂਬਾ ਸਿਟੀ। ਯੂਬਾ ਸਿਟੀ ਤੋਂ। ਹਾਂਜੀ ਹਾਂਜੀ ਸੁਖਪ੍ਰੀਤ। ਅੰਕਲ ਜੀ, ਮੈਂ ਤਾਂ ਉਹਦੇ ਤੇ ਸੁਰਜੀਤ ਸਿੰਘ ਤੇ ਗੱਲ ਕਰਨੀ ਚਾਹੁੰਦੀ ਸੀਗੀ। ਹਾਂਜੀ ਹਾਂਜੀ। ਤੇ ਜਿੱਦਾਂ ਦੇਖੋ, ਉਹਨੇ ਇਹੋ ਜਿਹੜੇ ਸੁਰਜੀਤ ਸਿੰਘ ਵਰਗੇ ਲੋਕ ਸੀ ਨਾ ਪੁਲਿਸ ਦੇ ਵਿੱਚ ਉਸ ਟਾਈਮ ਤੇ, ਉਹ ਸਾਰੇ 40% ਸੀਗੇ। ਕਿਉਂਕਿ ਸਾਡੇ ਵੀ ਜਿੱਦਾਂ ਪੁਲਿਸ ਵਿੱਚ ਰਿਸ਼ਤੇਦਾਰ ਸੀਗੇ ਹਨਾ। ਤੇ ਅੰਕਲ ਜੀ, ਜਿਹੜੇ ਤਾਂ ਸੀਗੇ ਨਾ ਇਨਸਾਫ ਪਸੰਦ ਪੁਲਿਸ ਵਾਲੇ, ਉਹਨਾਂ ਨੇ ਇਹੋ ਜਿਹਾ ਘਮਾਉਣਾ ਕੰਮ ਕੋਈ ਨਹੀਂ ਪੰਜਾਬ ਵਿੱਚ ਕੀਤਾ, ਜਾਂ ਕੋਈ ਨਜਾਇਜ਼ ਫਰਜ਼ੀ ਮੁਕਾਬਲਾ ਬਣਾਇਆ, ਜਾਂ ਕੋਈ ਮਤਲਬ ਕਿ ਹਥਿਆਰਬੰਦ ਸਿੰਘਾਂ ਨਾਲ ਉਹਨਾਂ ਨੇ ਕੋਈ ਮਤਲਬ ਕਿ ਇਹੋ ਜਿਹੀ ਗਲਤ ਕੁਛ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਕਿਉਂਕਿ ਉਹਨਾਂ ਨੂੰ ਪਤਾ ਸੀ ਇਨਸਾਫ ਕੀ ਆ, ਇਨਸਾਫ ਕਿਹਦੀ ਝੋਲੀ ਵਿੱਚ ਆ ਜੀ। ਜੇ ਮਤਲਬ ਕਿ ਜੇ ਸਿੰਘਾਂ ਨੇ ਹਥਿਆਰ ਚੁੱਕੇ ਵੀ ਸੀ ਪੰਜਾਬ ਵਿੱਚ, ਕਿਉਂ ਚੁੱਕੇ ਸੀ? ਜਿਨ੍ਹਾਂ ਨੂੰ ਜਿਹੜੇ ਇਸ ਗੱਲ ਨੂੰ ਪਤਾ ਸੀਗਾ, ਜਿਨ੍ਹਾਂ ਨੂੰ ਜਾਂ ਇਨਸਾਫ ਚਾਹੁੰਦੇ ਸੀ ਪੰਜਾਬ ਦੇ ਵਿੱਚ ਕੋਈ ਇਨਸਾਫ ਹੋਵੇ, ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹੋ ਜਿਹਾ ਕੋਈ ਗੰਦਾ ਕੰਮ ਨਹੀਂ ਕੀਤਾ ਜੀ। ਇਹ ਬਿਲਕੁਲ ਠੀਕ ਹੈ, ਇਹ ਸੁਖਪ੍ਰੀਤ ਬਿਲਕੁਲ ਠੀਕ ਹੈ। ਬਹੁਤ ਸਾਰੇ ਪੁਲਿਸ ਅਫਸਰ ਇਹੋ ਜਿਹੇ ਸੀ ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ, ਉਹਨਾਂ ਨੇ ਇਨਸਾਫ ਦਿਵਾਇਆ। ਜਿਹੜੇ ਗਲਤ ਅਨਸਰ ਸੀ ਉਹਨਾਂ ਨਾਲ ਉਹਨਾਂ ਨੇ ਜ਼ਰੂਰ ਨਜਿੱਠਿਆ, ਤੇ ਬਾਕੀ ਜਿਹੜਾ ਵਾ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਅਸੀਂ ਇਹ ਕਦੀ ਨਹੀਂ ਕਿਹਾ ਸੁਖਪ੍ਰੀਤ ਕਿ ਸਾਰੇ ਪੁਲਿਸ ਵਾਲੇ ਜਿਹੜੇ ਆ ਉਹਨਾਂ ਨੂੰ ਆਪਾਂ ਇੱਕੋ ਹੀ ਬਰੱਸ਼ ਦੇ ਨਾਲ ਸਾਰਿਆਂ ਨੂੰ ਆਪਾਂ ਪੇਂਟ ਕਰ ਦਈਏ। ਬਿਲਕੁਲ ਜੋ ਤੁਸੀਂ ਕਹਿ ਰਹੇ ਜੇ ਇਹ 100% ਦਰੁਸਤ ਆ ਕਿ ਵਿੱਚ ਕੁਝ ਇਹੋ ਜਿਹੇ, ਜਿਵੇਂ ਅੰਗਰੇਜ਼ੀ ਚਾਹੁੰਦੇ ਆ, ਕੁਝ ਬਲੈਕ ਸ਼ੀਪ ਸੀ ਜਿਨ੍ਹਾਂ ਨੇ ਪੁਲਿਸ ਦੇ ਜਿਹੜੀ ਵਰਦੀ ਆ ਉਹਦੇ 'ਤੇ ਧੱਬਾ ਲਾਇਆ। ਸੁਖਪ੍ਰੀਤ ਕੁਝ ਹੋਰ ਵੀ ਕਹਿਣਾ ਚਾਹੁੰਦੇ ਜੇ? ਹਾਂਜੀ ਹਾਂਜੀ ਅੰਕਲ ਜੀ, ਬਾਕੀ ਇੱਕ ਹੋਰ ਵੀ ਗੱਲ ਹੈ ਨਾ ਕਿ ਜਿਹੜੇ ਹਥਿਆਰਬੰਦ ਸਿੰਘ ਵੀ ਸੀਗੇ ਰਾਈਟ, ਉਹਨਾਂ ਨੇ ਵੀ ਕੋਈ ਸੌਖੇ ਹਥਿਆਰ ਨਹੀਂ ਚੁੱਕੇ ਸੀ ਜੀ। ਜੇ ਅਸੀਂ ਉਹਨਾਂ ਨੂੰ ਇਲਜ਼ਾਮ ਲਾਈਏ ਕਿ ਉਹਨਾਂ ਨੇ ਹਥਿਆਰ ਕਿਉਂ ਚੁੱਕੇ, ਪਰ ਅਕਸਰ ਉਹਦਾ ਮਕਸਦ ਸੀ ਕੋਈ ਹਥਿਆਰ ਚੁੱਕਣ ਦਾ ਵੀ। ਉਹਨਾਂ ਨੇ ਹਥਿਆਰ ਕਿਉਂ ਚੁੱਕੇ? ਦੇਖੋ ਤੁਸੀਂ, ਉਹਨਾਂ ਨੇ ਧਰਮ ਯੁੱਧ ਮੋਰਚਾ ਲੱਗਾ, ਉਸ ਤੋਂ ਪਹਿਲਾਂ ਨਿਰੰਕਾਰੀ ਕਾਂਡ ਹੋਇਆ ਹਨਾ ਜੀ। ਉਸ ਤੋਂ ਪਹਿਲਾਂ ਸੰਤਾਂ ਦੀ ਗ੍ਰਿਫਤਾਰੀ ਹੋਈ, ਉਹਦੇ ਵਿੱਚ ਕੀ ਕੁਛ ਹੋਇਆ? 1377 ਦੇ ਵਿੱਚ ਸ਼ਹੀਦ ਹੋ ਗਏ। ਧਰਮ ਯੁੱਧ ਮੋਰਚਾ ਸ਼ਾਂਤਮਈ ਲਾਇਆ ਸੀ, ਉਹਦੇ ਵਿੱਚ 300 ਤੋਂ ਵੱਧ 1984 ਅਪ੍ਰੈਲ ਤੱਕ 300 ਤੋਂ ਵੱਧ ਸ਼ਹੀਦੀਆਂ, 1300 ਸਿੰਘ ਨਕਾਰਾ ਕਰ ਦਿੱਤੀ ਪੁਲਿਸ ਨੇ ਕੁੱਟ ਕੇ ਜੀ। ਸੁਖਪ੍ਰੀਤ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਤੁਹਾਡੀ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ? ਅੰਕਲ ਜੀ, ਉਦੋਂ ਮੈਂ ਮਤਲਬ ਕਿ 6 ਸਾਲ ਦੀ ਸੀਗੀ ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਤੇ, 7ਵੇਂ ਸਾਲ ਸੀਗੀ। ਤੇ ਅਸੀਂ ਖੁਦ, ਮੈਂ ਔਰ ਮੇਰੇ ਪਰਿਵਾਰ ਨੇ, ਅਸੀਂ ਵੀ ਉਸ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ। ਮੈਂ ਵੀ ਲੁਧਿਆਣਾ ਜੇਲ੍ਹ ਵਿੱਚ ਰਹੀ ਹਾਂ। ਅੱਛਾ, ਨਹੀਂ ਤੁਸੀਂ 6 ਸਾਲ ਦੇ ਸੀ ਤੇ 6 ਸਾਲ ਦੇ ਲੁਧਿਆਣੇ ਜੇਲ੍ਹ 'ਚ ਰਹੇ ਤੁਸੀਂ? ਹਾਂਜੀ ਸੁਖਪ੍ਰੀਤ, ਵੈਸੇ ਤੇ ਤੁਸੀਂ ਉਦੋਂ ਬਹੁਤ, ਤੁਹਾਡੀ ਉਮਰ ਛੋਟੀ ਸੀ, ਜੋ ਜਿਹੜਾ 80 ਦੇ ਦਹਾਕੇ 'ਚ ਜੋ ਕੁਛ ਹੁੰਦਾ ਰਿਹਾ, ਇਹ ਬਿਲਕੁਲ ਠੀਕ ਆ ਕਿ ਕਾਫੀ ਲੋਕੀ ਇਸ ਕਰਕੇ ਉਹਨਾਂ ਨੇ ਹਥਿਆਰ ਚੁੱਕੇ ਕਿ ਤੁਹਾਨੂੰ ਉਹਨਾਂ ਨੂੰ ਲੱਗਦਾ ਸੀ ਵੀ ਇਨਸਾਫ ਨਹੀਂ ਮਿਲ ਰਿਹਾ ਔਰ ਹੋਰ ਕੋਈ ਰਸਤਾ ਨਹੀਂ ਹੈਗਾ। ਪਰ ਇਹ ਵੀ ਮੰਨਣਾ ਪਊ ਕਿ ਬਹੁਤ ਸਾਰੇ ਜਿਹੜੇ ਹਥਿਆਰਬੰਦ ਬੰਦੇ ਸੀਗੇ, ਲੋਕੀ ਸੀਗੇ, ਉਹਨਾਂ ਨੇ ਗਲਤ ਕੰਮ ਵੀ ਕੀਤੇ। ਪਿੰਡਾਂ ਦੇ ਵਿੱਚ, ਪਿੰਡਾਂ ਦੇ ਪਿੰਡ ਕਈ ਥਾਵਾਂ 'ਤੇ ਬਰਬਾਦ ਹੋਏ ਇਸੇ ਵਾਇਲੈਂਸ ਕਰਕੇ, ਬਹੁਤ ਥਾਵਾਂ 'ਤੇ ਗਲਤ ਕੰਮ ਵੀ ਹੋਏ। ਸੋ ਆਪਾਂ ਅਗੇਨ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਪੁਲਿਸ ਵਾਲੇ ਸਾਰਿਆਂ ਨੂੰ ਆਪਾਂ ਇੱਕੋ ਬਰੱਸ਼ ਨਾਲ ਪੇਂਟ ਨਹੀਂ ਕਰ ਸਕਦੇ, ਇਸੇ ਤਰ੍ਹਾਂ ਹੀ ਜਿਹੜੇ ਲੋਕਾਂ ਨੇ ਹਥਿਆਰ ਚੁੱਕੇ ਉਹਨਾਂ 'ਚੋਂ ਕੋਈ ਆਈਡੀਓਲੋਜੀਕਲੀ ਕਮਿਟਡ ਵੀ ਬੰਦੇ ਸੀਗੇ ਜ਼ਰੂਰ, ਲੇਕਿਨ ਉਹਨਾਂ ਦੇ ਵਿੱਚ ਕਈਆਂ ਨੇ ਇਹ ਵੀ ਕਿਹਾ ਵੀ ਚਲੋ ਦਾਅ ਲੱਗਦਾ ਤੇ ਆਪਾਂ ਵੀ ਦਾਅ ਲਾ ਲਈਏ। ਬਹੁਤ ਇਹੋ ਜਿਹੇ ਅਨਸਰ ਵਿੱਚ ਰਲ ਗਿਆ ਸੀ ਜਿਹੜਾ, ਕਿਉਂਕਿ ਮੈਂ ਤੇ ਉਹਨਾਂ ਵੇਲੇ ਉਹਨਾਂ ਲੋਕਾਂ ਨੂੰ ਮਿਲਦਾ ਵੀ ਰਿਹਾ ਵਾਂ ਜਿਹੜੇ ਉਸ ਵੇਲੇ ਮੌਕੇ ਦਾ ਨਜਾਇਜ਼ ਫਾਇਦਾ ਉਠਾ ਕੇ ਲੁੱਟਾਂ ਖੋਹਾਂ ਵੀ ਕਰਦੇ ਸੀਗੇ। ਖੈਰ ਸੁਖਪ੍ਰੀਤ, ਸਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਫੋਨ ਕਰਦੇ ਰਹੋ। ਬੜੀ ਖੁਸ਼ੀ ਹੋਈ ਕਿ ਤੁਸੀਂ ਇਹ ਦਹਾਕੇ ਨੂੰ ਦੇਖਿਆ ਔਰ ਤੁਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ। ਇੱਕ ਹੋਰ ਕਾਲਰ ਨੇ ਸਾਡੇ ਨਾਲ, ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਡਾਕਟਰ ਰਛਪਾਲ ਸਿੰਘ ਬਾਜਵਾ ਫਰਾਮ ਸ਼ਿਕਾਗੋ। ਹਾਂਜੀ ਡਾਕਟਰ ਰਛਪਾਲ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਕਾਹਦੇ ਬਾਰੇ ਗੱਲ ਕਰਨੀ ਚਾਹੁੰਦੇ ਆਪਾਂ, ਪੰਚਾਇਤੀ ਚੋਣਾਂ ਬਾਰੇ ਜਾਂ ਕਿਸੇ ਹੋਰ ਮਸਲੇ ਬਾਰੇ? ਹਾਂਜੀ, ਮੈਂ 2 ਮਸਲਿਆਂ ਤੇ ਗੱਲ ਕਰਨੀ ਚਾਹੁੰਦਾ ਜੀ। ਇੱਕ ਤਾਂ ਟੋਟਲ ਜਿਹੜੀ ਆ ਸਿਆਸਤ ਆ, ਇਲੈਕਸ਼ਨਾਂ ਜੀ, ਤੇ ਦੂਜਾ ਜਿਹੜਾ ਉਹ ਸੁਰਜੀਤ ਸਿੰਘ ਦਾ ਤੁਸੀਂ ਹਾਂਜੀ ਦਿਖਾ ਰਹੇ ਜੇ। ਹਾਂਜੀ, ਔਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਮੈਂ ਸਿਰਫ ਤੁਹਾਡਾ ਸ਼ੋਅ ਪਿਛਲੇ 4 ਦਿਨਾਂ ਤੋਂ ਹੀ ਦੇਖਣਾ ਸ਼ੁਰੂ ਕੀਤਾ। ਓਕੇ, ਪਰ ਸਾਨੂੰ ਸ਼ੋਅ ਕਰਦਿਆਂ ਨੂੰ ਤੇ ਆਲਮੋਸਟ 3-4 ਮਹੀਨੇ ਹੋ ਗਏ ਆ। ਪਤਾ ਨਹੀਂ ਸੀ, ਪਤਾ ਨਹੀਂ ਹੋਣਾ ਪਹਿਲੋਂ।
ਹਾਂਜੀ 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 ਤੇ ਆਈ ਐਮ ਵੈਰੀ ਮੱਚ ਇੰਪ੍ਰੈਸਡ ਤੁਹਾਡੇ ਸ਼ੋਅ ਤੋਂ। ਵੈਰੀ ਵੈਰੀ ਕਾਈਂਡ ਆਫ ਯੂ ਜੀ, ਬਹੁਤ ਮਿਹਰਬਾਨੀ। ਸਾਡੇ ਸਾਰੀ ਜਿਹੜੀ ਟੀਮ ਆ ਜਿਹੜੀ ਇਸ ਵੇਲੇ ਮੇਰੇ ਨਾਲ ਇਸ ਵੇਲੇ ਇਸ ਸ਼ੋਅ ਦੇ ਵਿੱਚ ਜੁੜੀ ਆ, ਉਹਨਾਂ ਵਾਸਤੇ ਇੱਕ ਬਹੁਤ ਇਹ ਵੱਡੀ ਇਨਕਰੇਜਮੈਂਟ ਹੈ। ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ ਡਾਕਟਰ ਰਿਸ਼ਪਾਲ ਸਿੰਘ, ਹੋਰ ਕੀ ਗੱਲ ਕਰਨੀ ਚਾਹੁੰਦੇ ਆਪਾਂ? ਹਾਂਜੀ, ਆਪਾਂ ਪਹਿਲਾਂ ਇਲੈਕਸ਼ਨਾਂ ਦੇ ਮੈਂ ਕਰਨੀ ਚਾਹੁੰਦਾ ਜੀ। ਵੀ ਮੈਂ ਕੁਝ ਤੁਹਾਡੇ ਸ਼ੋਅ ਤੇ ਦੇਖਿਆ ਵੀ ਲੋਕ ਭੁੱਕੀ ਖਾ ਰਹੇ ਆ, ਫਿਰ ਅੱਜ ਤੁਸੀਂ ਦੱਸ ਰਹੇ ਸੀ ਵੀ ਕੁੱਟਮਾਰ ਹੁੰਦੀ ਆ ਜੀ। ਤੇ ਇਹ ਮਤਲਬ ਕੋਈ ਸਾਡਾ 21st ਸੈਂਚਰੀ 'ਚ ਪੜ੍ਹੇ ਲਿਖੇ ਲੋਕਾਂ ਦਾ ਕੋਈ ਬਹੁਤ ਚੰਗਾ ਇੰਪ੍ਰੈਸ਼ਨ ਨਹੀਂ ਪੈਂਦਾ ਵੀ ਸਰਪੰਚ ਪਿੰਡ ਦਾ ਉਹਨੇ ਪਿੰਡ ਨੂੰ ਚਲਾਉਣਾ। ਜੀ। ਮੇਰਾ ਤਾਂ ਖਿਆਲ ਆ ਵੀ ਇੱਥੇ ਅਕਾਲੀ ਕਾਂਗਰਸੀਆਂ ਦੀ ਕੋਈ ਬਾਹਲੀ ਲੋੜ ਹੀ ਨਹੀਂ ਗੀ ਜੀ। ਫਿਰ ਮੈਂ ਤੁਹਾਨੂੰ ਐਗਜ਼ਾਮਪਲ ਦੱਸੂਗਾ ਇੱਥੇ ਕਿਵੇਂ ਕਰਦੇ ਆ ਛੋਟੇ ਸ਼ਹਿਰਾਂ ਦੀ ਇਲੈਕਸ਼ਨ। ਰਾਈਟ। ਤੇ ਇਹ ਬਹੁਤ ਮਾੜੀ ਗੱਲ ਆ ਬੱਚਿਆਂ ਤੇ ਯੰਗ ਮੈਨਾਂ ਨੂੰ, ਕਾਲਜ ਵਾਲੇ ਪੜ੍ਹਨ ਵਾਲੇ ਮੁੰਡੇ ਪਿੰਡਾਂ 'ਚੋਂ ਜਾਂਦੇ ਆ ਜੀ। ਉਹ ਜੇ ਬਜ਼ੁਰਗ ਉਹਨਾਂ ਦੇ ਇਨਵਾਲਵ ਹੋਏ ਤੇ ਅਸੀਂ ਇਹੋ ਜਿਹਾ ਕੰਮ ਕਰਾਂਗੇ ਤੇ ਇਹੋ ਜਿਹੀਆਂ ਇਲੈਕਸ਼ਨਾਂ ਦੀ ਮੈਂ ਜਾਣਨਾ ਕੋਈ ਲੋੜ ਹੀ ਨਹੀਂ। ਜੀ ਜੀ। ਚਾਹੇ ਉਹ ਕਾਂਗਰਸੀ ਆ ਚਾਹੇ ਉਹ ਅਕਾਲੀ ਆ, ਉਂਝ ਹੀ ਕਹਿ ਦੇਣ ਵੀ ਪੰਚਾਇਤਾਂ ਡਿਜ਼ਾਲਵ ਆ ਤੇ ਅਸੀਂ ਚੰਡੀਗੜ੍ਹ 'ਚ ਤੁਹਾਡਾ ਫੈਸਲਾ ਕਰ ਲਿਆ ਕਰਾਂਗੇ। ਜੀ ਜੀ। ਸੋ ਇੱਕ ਤਾਂ ਮੇਰਾ ਇਹ ਇਸ਼ੂ ਹੈ। ਬਿਲਕੁਲ, ਮੈਂ ਤੁਸੀਂ ਬਿਫੋਰ ਯੂ ਗੋ ਫਾਰਵਰਡ ਮੈਂ ਇੱਕ ਬਿਲਕੁਲ ਤੁਹਾਡੇ ਨਾਲ ਐਗਰੀ ਕਰਦਾ ਵਾਂ। ਇਸੇ ਕਰਕੇ ਹੀ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਉਹ ਪਾਰਟੀ ਦੇ ਸਿੰਬਲ ਤੇ ਨਹੀਂ ਹੁੰਦੀਆਂ। ਸੋ ਐਕਸਪੈਕਟਡ ਇਹ ਹੁੰਦਾ ਲੋਕੀ ਕਿ ਜੋ ਪਿੰਡ ਦੇ ਹਿੱਤ ਦੀ ਗੱਲ ਆ ਉਹਦੇ ਹਿਸਾਬ ਨਾਲ ਲੋਕੀ ਨੁਮਾਇੰਦੇ ਚੁਣੇ ਜਾਣ, ਪਰ ਜੋ ਉੱਥੇ ਹੁੰਦਾ ਵਾ ਉਹ ਆਪਾਂ ਵੇਖ ਹੀ ਲਿਆ ਵਾ। 40-50 ਲੱਖ ਰੁਪਈਆ ਇੱਕ ਸਰਪੰਚੀ ਦੇ ਇਲੈਕਸ਼ਨ ਦੇ ਖਰਚ ਹੋ ਜਾਂਦਾ। ਅੱਜ ਜਿਵੇਂ ਤੁਸੀਂ ਹੁਣੇ ਸਕਰੀਨ ਤੇ ਸ਼ਾਰਟਸ ਦੇਖ ਰਹੇ ਸੀ, ਉਹ ਚਮਚ ਨਾਲ ਜੋ ਖਵਾਰੇ ਆ ਉਹ ਚੂਰਨ ਨਹੀਂ ਹੈਗਾ, ਉਹ ਭੁੱਖੀ ਆ। ਸੋ ਹੈਰਾਨਗੀ ਦੀ ਗੱਲ ਆ ਵੀ ਨਸ਼ਾ ਇੰਨਾ ਸ਼ਰੇਆਮ ਇੰਨੀ ਵੱਡੀ ਪੱਧਰ ਤੇ ਵੰਡਿਆ ਜਾ ਰਿਹਾ। ਹਾਂਜੀ ਡਾਕਟਰ ਰਿਸ਼ਪਾਲ ਸਿੰਘ। ਹਾਂਜੀ, ਕਿਉਂਕਿ ਮੈਂ ਥੋੜਾ ਜਿਹਾ ਬੜਾ ਇਨਵੋਲਵ ਰਿਹਾ। ਮੈਂ ਉਹ ਜਿਹੜੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਆ ਉਹਦਾ ਫਾਊਂਡਰ ਬੋਰਡ ਆਫ ਮੈਨੇਜਮੈਂਟ ਮੈਂਬਰ ਸੀ। ਅੱਛਾ, ਵੈਰੀ ਇੰਪ੍ਰੈਸਿਵ। ਆਪਣੇ ਵੱਲੋਂ ਬੜੇ ਪੈਸੇ ਖਰਚ ਕੇ ਤੇ ਉਹ ਮਹਿਕਮੇ ਦੀ ਇਹਦੇ 'ਚ ਮੈਂ ਕੰਮ ਕਰਦਾ ਸੀ, ਪਰ ਮੈਨੂੰ ਇਹ ਬੜੀ ਡਿਪਰੈਸ਼ਨ ਹੁੰਦੀ ਆ ਇਹ ਚੀਜ਼ਾਂ ਦੇਖ ਕੇ ਵੀ ਇਹ ਕੀ ਹੋ ਰਿਹਾ ਉੱਥੇ। ਬਿਲਕੁਲ, ਮੇਰੇ ਖਿਆਲ ਆਪਾਂ ਜੇ ਸਾਰੇ ਇਹ ਇਸ਼ੂਜ਼ ਆਪਾਂ ਚੁੱਕਦੇ ਰਵਾਂਗੇ, ਇਹਨਾਂ ਨੂੰ ਵਿਚਾਰਦੇ ਰਵਾਂਗੇ, ਆਪਣਾ ਗੁੱਸਾ ਜ਼ਾਹਿਰ ਕਰਦੇ ਰਵਾਂਗੇ, ਤੇ ਮੇਰੇ ਖਿਆਲ ਸ਼ਾਇਦ ਸਿਸਟਮ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਸੁਧਾਰ ਆ ਸਕਦਾ। ਡਾਕਟਰ ਰਿਸ਼ਪਾਲ ਸਿੰਘ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਇਸੇ ਤਰ੍ਹਾਂ ਹੀ ਸਾਡੇ ਨਾਲ ਕਾਲ ਪਲੀਜ਼ ਕਰਦੇ ਰਹੋ ਔਰ ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਤੁਹਾਡੇ ਵਰਗੇ ਸੂਝਵਾਨ ਲੋਕਾਂ ਤੋਂ ਸਾਨੂੰ ਵੀ ਸੇਧ ਮਿਲਦੀ ਹੈ। ਇੱਕ ਹੋਰ ਕਾਲਰ ਨੇ ਇਸ ਵੇਲੇ ਸਾਡੇ ਨਾਲ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਵਤਾਰ ਬੋਲਦਾ ਜੀ, ਡੈਲਵੇਅਰ ਤੋਂ। ਹਾਂਜੀ ਹਾਂਜੀ ਅਵਤਾਰ ਜੀ। ਭਾਜੀ ਐਤਕੀ ਚੋਣਾਂ ਬਾਰੇ ਗੱਲ ਕਰ ਰਿਹਾ ਜੀ। ਚੋਣਾਂ 'ਚ ਧਾਗਲੀਆਂ ਦਾ ਧੱਕਾਸ਼ਾਹੀ ਤਾਂ ਬਹੁਤ ਜ਼ਿਆਦਾ ਹੋਈ ਹੈ। ਬਾਦਲ ਸਾਹਿਬ ਨੂੰ ਇਹ ਕਰਾਉਣਾ ਨਹੀਂ, ਹੋਣ ਨਹੀਂ ਦੇਣਾ ਚਾਹੀਦਾ। ਅਕਸਰ ਨੂੰ ਲੀਡਰ ਹੈ ਕੌਮ ਦੇ, ਸਿੱਖ ਕੌਮ ਦੇ ਜੀ, ਤੇ ਮੌਜੂਦਾ ਚੀਫ ਮਿਨਿਸਟਰ ਨੇ ਉਹ ਜੀ। ਤੇ ਇਹ ਜਿਹੜੀਆਂ ਪੰਚਾਇਤ ਚੋਣਾਂ ਨੇ ਇਹ 'ਚ ਪਾਰਟੀਬਾਜ਼ੀ ਦਾ ਕੋਈ ਮਕਸਦ ਹੋਣਾ ਨਹੀਂ ਚਾਹੀਦਾ। ਇੱਕ ਪਿੰਡ ਦੀ ਲੋਕਲ ਛੋਟੀ ਜਿਹੀ ਚੋਣ ਹੁੰਦੀ ਹੈ, ਕੋਈ ਬੜੀ ਨਹੀਂ ਹੈ। ਜੀ ਜੀ। ਮੇਰੇ ਪਿੰਡ ਕੀ ਹੋਇਆ, ਮੇਰੇ ਪਿੰਡ ਅਕਾਲੀ ਬੰਦਿਆਂ ਨੇ ਕਾਂਗਰਸੀ ਬੰਦਿਆਂ ਦੇ ਕਾਗਜ਼ੀ ਕੈਂਸਲ ਕਰਾਤੇ, ਚੋਣੇ ਨਹੀਂ ਹੋਣ ਦਿੱਤੀ ਜੀ। ਹਾਂਜੀ, ਇਹ ਇੱਕ ਬਹੁਤ ਮਾੜੀ ਗੱਲ ਹੈ, ਐਦਾਂ ਹੋਣਾ ਨਹੀਂ ਚਾਹੀਦਾ। ਇੱਕ ਅਫਸੋਸ ਦੀ ਇਹ ਗੱਲ ਹੈ ਵੀ ਸਿਰਫ ਦੂਜੇ ਜਿਹੜੇ ਵਿਰੋਧੀ ਧਿਰ ਆ ਉਹਦੇ ਸਿਰਫ ਕਾਗਜ਼ ਜਿਹੜੇ ਆ, ਜਿਵੇਂ ਤੁਸੀਂ ਕਿਹਾ ਵੀ ਕਾਂਗਰਸੀਆਂ ਦੇ ਕਾਗਜ਼ ਜਿਹੜੇ ਆ ਉਹ ਰੱਦ ਕਰਵਾਤੇ, ਅਕਾਲੀ ਆਪਸ ਦੇ ਵਿੱਚ ਵੀ ਝੜਪ ਪਏ। ਇਹ ਵੀ ਬੜੀ ਅਫਸੋਸ ਦੀ ਗੱਲ ਹੈ। ਇਹਦਾ ਮਤਲਬ ਆ ਵੀ ਇੰਨੀ ਜ਼ਿਆਦਾ ਗੁੱਟਬਾਜ਼ੀ ਹੋ ਗਈ ਔਰ ਜਿਹੜੇ ਸਿਆਸੀ ਲੀਡਰ ਆ ਉਹ ਗੁੱਟਬਾਜ਼ੀ ਨੂੰ ਹੋਰ ਉਤਸ਼ਾਹਿਤ ਕਰ ਰਹੇ ਆ। ਇਹ ਅਫਸੋਸ ਦੀ ਗੱਲ ਹੈ। ਹਾਂਜੀ ਅਵਤਾਰ ਜੀ। ਪਿੰਡਾਂ ਦੇ ਵਿੱਚ ਵੀ ਅੱਧੇ ਕਾਂਗਰਸੀ ਅੱਧੇ ਧੜੇਬੰਦੀ 'ਚ ਵੰਡ ਤੇ ਭਾਈਚਾਰੇ ਵੰਡੇ ਗਏ, ਭਰਾ ਵੰਡੇ ਗਏ, ਘਰ ਫੈਮਲੀਆਂ ਵੰਡੀਆਂ ਗਈਆਂ। ਇਟਸ ਨਾਟ ਰਾਈਟ। ਬਿਲਕੁਲ ਬਿਲਕੁਲ ਅਵਤਾਰ ਜੀ, ਮੇਰੇ ਖਿਆਲ ਆਪਾਂ ਸਾਰੇ ਆਵਾਜ਼ ਚੁੱਕਦੇ ਰਹੀਏ, ਗੱਲ ਕਰਦੇ ਰਹੀਏ ਤੇ ਸ਼ਾਇਦ ਮਾੜਾ ਮੋਟਾ ਸੁਧਾਰ ਆ ਜਾਵੇ। ਕਿਉਂਕਿ ਤੁਹਾਡੇ ਉੱਥੇ ਵੀ ਤੇ ਜੋ ਸਿਸਟਮ ਆ, ਜਿਹੜਾ ਉੱਥੇ ਬੇਸਿਕ ਇਲੈਕਸ਼ਨ ਦਾ ਸਿਸਟਮ ਆ, ਜਿਹੜੀ ਲੋਕਲ ਕਾਊਂਟੀ ਲੈਵਲ ਤੇ ਸਿਸਟਮ ਆ, ਸ਼ਾਇਦ ਉਹੋ ਜਿਹਾ ਸਿਸਟਮ ਤੋਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ। ਅਵਤਾਰ ਜੀ ਬਹੁਤ ਬਹੁਤ ਧੰਨਵਾਦ, ਕਿਉਂਕਿ ਹੋਰ ਵੀ ਕਾਲਰ ਜੁੜੇ, ਮੈਨੂੰ ਮਾਫ ਕਰਨਾ ਵਿੱਚ ਕੱਟਣਾ ਪੈ ਰਿਹਾ। ਇੱਕ ਹੋਰ ਸੱਜਣ ਨੇ ਸਾਡੇ ਨਾਲ, ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ। ਹੈਲੋ। ਹੈਲੋ। ਹਾਂਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਹਰਮਨ ਬੋਲ ਰਿਹਾ ਕੈਲੀਫੋਰਨੀਆ ਤੋਂ। ਹਰਮਨ ਕਿੱਥੋਂ ਬੋਲ ਰਹੇ ਜੀ? ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ ਹਰਮਨ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਕੈਲੀਫੋਰਨੀਆ ਤੋਂ ਤੁਸੀਂ ਦੱਸ ਰਹੇ ਸੀ, ਕਿਹੜੀ ਜਗ੍ਹਾ ਤੋਂ? ਲਾਸ ਐਂਜਲਸ। ਲਾਸ ਐਂਜਲਸ। ਹਾਂਜੀ ਹਰਮਨ ਜੀ। ਹਾਂਜੀ, ਮੈਂ ਆਪਣੇ ਜਿਹੜਾ ਪੰਚਾਇਤ
ਵੋਟਾਂ ਦਾ ਮਸਲਾ, ਉਹਦੇ ਤੇ ਕੁਝ ਗੱਲ ਕਰਨੀ ਚਾਹੋਗੇ? ਜੀ ਹਾਂਜੀ, ਜਿੱਦਾਂ ਹੁਣ ਤੁਸੀਂ ਦਿਖਾਇਆ ਵੀ ਇਹਦੇ ਵਿੱਚ ਬਹੁਤ ਉਹ ਡਰੱਗਸ ਵੰਡਦੇ ਆ ਸਾਰੇ ਪਿੰਡ ਘਰ ਘਰ ਜਾ ਕੇ। ਜੀ ਤੇ ਬੜੀ ਸ਼ਰਮ ਦੀ ਗੱਲ ਇਹ ਆ ਵੀ ਆਪਣੇ ਲਈ ਜਿਹੜੇ ਛੋਟਾ ਜਿਹਾ ਪਿੰਡ ਹੁੰਦਾ ਉਹਦੇ ਚ 1000-2000 ਬੰਦੇ ਰਹਿੰਦੇ ਆ, ਉਹ ਕਮਿਊਨਿਟੀ ਦੇ ਲੋਕ, ਇੱਕ ਦੂਜੇ ਭਾਈਚਾਰੇ ਦੇ ਲੋਕ, ਆਪਾਂ ਇੱਕ ਦੂਜੇ ਨੂੰ ਡਰੱਗ ਵੰਡੀ ਜਾ ਰਹੇ ਹਾਂ ਜੀ। ਤੇ ਉਹਨੂੰ ਸ਼ਰੇਆਮ ਸਾਰਾ ਕੁਝ ਹੁਣ ਜਿੱਦਾਂ ਤੁਹਾਡੇ ਕੋਲੇ ਪ੍ਰੂਫ ਵੀ ਹੈਗਾ, ਵੀਡੀਓਜ਼ ਹੈਗੀਆਂ, ਕੋਈ ਉਹਨੂੰ ਰੋਕ ਨਹੀਂ ਰਿਹਾ। ਤੇ ਜਿੱਦਾਂ ਇਹ ਜਿਹੜਾ ਮੈਨੂੰ ਤਾਂ ਲੱਗਦਾ ਜਿਹੜੀ ਪੰਚਾਇਤ ਲੈਵਲ ਤੇ ਵੋਟਾਂ ਦਾ ਸਿਰਫ ਡਰੱਗ ਵੰਡਣ ਦਾ ਇੱਕ ਤਰੀਕਾ ਹੋਰ ਲੋਕਾਂ ਨੂੰ, ਕਿ ਪਿੰਡਾਂ ਦੇ ਲੋਕ ਅਨਪੜ੍ਹ ਹੀ ਰਹਿਣ, ਕਿਤੇ ਪੜ੍ਹ ਲਿਖ ਨਾ ਜਾਣ। ਬਿਲਕੁਲ, ਮੇਰਾ ਖਿਆਲ ਜਿਹੜੇ ਪਿੰਡ ਦੇ ਜਿਹੜੇ ਪੁਰਾਣੇ ਸਰਪੰਚ ਆ, ਪੰਚ ਆ, ਜਾਂ ਹੋਰ ਜਿਹੜੇ ਬਜ਼ੁਰਗ ਆ ਪਿੰਡ ਦੇ, ਉਹਨਾਂ ਨੂੰ ਇਤਰਾਜ਼ ਕਰਨਾ ਚਾਹੀਦਾ ਵਾ। ਇਹੋ ਜਿਹੇ ਬੰਦਿਆਂ ਨੂੰ ਪਿੰਡ 'ਚ ਨਹੀਂ ਵੜਨ ਦੇਣਾ ਚਾਹੀਦਾ ਜਿਹੜੇ ਡਰੱਗਸ ਲੈ ਕੇ ਆਉਂਦੇ ਆ। ਆਪਾਂ ਅੱਜ ਮੈਂ ਹੋਰ ਵੀ ਸਾਡਾ ਇੱਕ ਇਸ਼ੂ ਹੈ ਕਿ ਨਸ਼ਿਆਂ ਦੇ ਖਿਲਾਫ ਕਿਹੋ ਜਿਹੀ ਮੁਹਿੰਮ ਚਲਾਉਣੀ ਚਾਹੀਦੀ ਆ। ਸੋ ਇਸ ਕਰਕੇ ਮੇਰਾ ਖਿਆਲ ਹੈ ਜਿੰਨਾ ਚਿਰ ਤੱਕ ਪਿੰਡ ਇਕੱਠੇ ਨਹੀਂ ਹੁੰਦੇ ਔਰ ਲੋਕੀ ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਤੱਕ ਜੋ ਨਸ਼ਿਆਂ ਦੀ ਜਿਹੜੀ ਹੇੜ ਲੱਗੀ ਆ ਇਹਦੇ ਨਾਲ ਆਪਾਂ ਡੀਲ ਨਹੀਂ ਕਰ ਸਕਦੇ। ਹਰਮਨ, ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਤੁਸੀਂ ਸੰਪਰਕ ਕੀਤਾ। ਇੱਕ ਹੋਰ ਸੱਜਣ ਨੇ ਸਾਡੇ ਨਾਲ, ਉਹਨਾਂ ਦੇ ਵੀ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਹਾਂਜੀ ਸੁਨ ਸਾਹਿਬ, ਹਾਂਜੀ, ਤੁਹਾਡੇ ਪ੍ਰੋਗਰਾਮ ਦੇ ਸਾਰੇ ਆਰਗੇਨਾਈਜ਼ਰਸ ਔਰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਬੜੀ ਚੰਗੀ ਮੈਨੂੰ ਗੱਲ ਲੱਗੀ ਕਿ ਬੀਇੰਗ ਅ ਹੋਸਟ ਆਫ ਦਿਸ ਪ੍ਰੋਗਰਾਮ ਜੀ, ਤੁਸੀਂ ਬੜੀ ਇੱਕ ਉਹ ਗੱਲ ਕਹੀ ਹੈ ਜਿਹੜੀ ਕਿ ਬੜੀ ਔਖੀ ਇੱਕ ਹੋਸਟ ਨੂੰ, ਕਿਸੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੂੰ ਕਹਿਣੀ ਹੁੰਦੀ ਹੈ ਕਿ ਅਸਲੀ ਗੱਲ ਹੋ ਕੀ ਰਹੀ ਹੈ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਪੰਚਾਇਤਾਂ ਦੀਆਂ ਜੀ, ਉਹਦੇ ਵਿੱਚ ਤੁਸੀਂ ਜੋ ਕੁਝ ਵੀ ਇਹ ਗੱਲ ਕਹੀ ਕਿ ਧਾਂਦਲੀਆਂ ਹੋਈਆਂ ਨੇ ਔਰ ਡੈਫੀਨੇਟਲੀ ਇਟ ਗੋਜ਼ ਔਨ ਦੀ ਹੈਡ ਆਫ ਪ੍ਰੈਜ਼ੈਂਟ ਗਵਰਨਮੈਂਟ ਜੀ। ਔਰ ਇਹ ਬੜੀ ਜੁਰਤੀ ਗੱਲ ਹੈ ਤੁਸੀਂ ਜਿਹੜੀ ਕੀਤੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਉਮਰ ਦੇ ਵਿੱਚ ਸਾਨੂੰ ਕਿਹੋ ਜਿਹਾ ਰਾਹ ਦੇ ਕੇ ਜਾ ਰਹੇ ਨੇ, ਕੀ ਸਾਡੇ ਵਾਸਤੇ ਛੱਡ ਕੇ ਜਾ ਰਹੇ ਨੇ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਤੇ ਬਹੁਤ ਵੱਡਾ ਨਾਂ ਰਿਹਾ ਉਹਨਾਂ ਦਾ, ਅੱਜ ਵੀ ਹੈ ਜੀ। ਪਰ ਜੋ ਕੁਝ ਤੁਸੀਂ ਉਹਨਾਂ ਦੇ ਬਾਰੇ ਚ ਐਨਾਲਿਸਿਸ ਦਿੱਤਾ ਅਕਾਲੀ ਗਵਰਨਮੈਂਟ ਦੇ ਬਾਰੇ, ਜਾਂ ਜੋ ਢੀਂਡਸਾ ਸਾਹਿਬ ਨੇ ਬਿਆਨ ਦਿੱਤੇ ਨੇ, ਜਾਂ ਤੁਸੀਂ ਉਹਨਾਂ ਦੇ ਬਾਰੇ ਕਿ ਮੈਂ ਐਪਰੀਸ਼ੀਏਟ ਕਰਦਾ ਕਿ ਐਡੀ ਜੁਰਤ ਵਾਲੀ ਗੱਲ ਕਰਨੀ ਆਮ ਬੰਦੇ ਦੇ ਵਾਸਤੇ ਬਹੁਤ 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 ਮਿਹਰਬਾਨੀ, ਤੁਸੀਂ ਆਪਣੀ ਇੰਟਰੋਡਕਸ਼ਨ ਨਹੀਂ ਦਿੱਤੀ। ਮੇਰਾ ਨਾਮ ਕਮਲ ਸਿੰਘ ਹੈ। ਕਿੱਥੋਂ ਬੋਲ ਰਹੇ? ਮੈਂ ਟੋਰਾਂਟੋ ਦੇ ਲਾਗੇ ਇੱਕ ਛੋਟਾ ਜਿਹਾ ਸ਼ਹਿਰ ਹੈ ਬਰੈਂਪਟਨ, ਉਹ ਟੋਰਾਂਟੋ ਦਾ ਸਬਰਬ ਕਹਿੰਦੇ ਨੇ। ਬਰੈਂਪਟਨ ਦੇ ਬਹੁਤ ਮਸ਼ਹੂਰ ਥਾਂ ਜੀ, ਉੱਥੇ ਤੇ ਮੇਰੇ ਖਿਆਲ ਆਪਣੇ ਬਹੁਤ ਪੰਜਾਬੀ ਵਸਦੇ ਆ। ਨਹੀਂ, ਸਾਰਾ ਬਰੈਂਪਟਨ, ਮਿਸਿਸਾਗਾ, ਰੈਕਸਡੇਲ, ਜਿਹੜਾ ਟੋਰਾਂਟੋ ਹੈ, ਇਹਦੇ ਵਿੱਚ ਸਾਡਾ ਸਮਝੋ ਕਿ ਸਾਡੀ ਬੜੀ ਵੱਡੀ ਗਿਣਤੀ ਹੈ ਔਰ ਅਸੀਂ ਡੋਮੀਨੇਟ ਕਰ ਰਹੇ ਹਾਂ ਇੱਥੇ ਪੋਲੀਟੀਕਲੀ। ਬਿਲਕੁਲ ਜੀ, ਬਿਲਕੁਲ। ਜੋ ਇੱਥੇ ਖਬਰਾਂ ਆ ਰਹੀਆਂ, ਤੁਹਾਡਾ ਪੂਰਾ ਦਬਦਬਾ ਵਾ ਉੱਥੇ। ਬਿਲਕੁਲ ਬਿਲਕੁਲ, ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅਸੀਂ 30-35% ਸਾਡੀਆਂ ਵੋਟਾਂ ਨੇ ਇਸ ਏਰੀਏ 'ਚ ਜੀ। ਤੇ ਜਿਹਨੂੰ ਮਰਜ਼ੀ ਸਾਡੇ ਲੋਕ MLA ਬਣਾ ਦੇਣ, ਜਿਹਨੂੰ ਮਰਜ਼ੀ MP ਬਣਾ ਦੇਣ, ਇਹ ਉਹਨਾਂ ਦੀ ਵੱਸ ਦੀ ਗੱਲ ਹੈ, ਜਿਹਨੂੰ ਮਰਜ਼ੀ ਕੌਂਸਲਰ ਬਣਾ ਦੇਣ। ਤੇ ਕਮਲ ਸਿੰਘ ਜੀ, ਤੁਸੀਂ ਉੱਥੇ ਕਦੋਂ ਕਿਤੇ ਗਏ ਜੇ? ਮੈਂ ਜੀ ਹਿੰਦੁਸਤਾਨ 1977 ਛੱਡਿਆ ਸੀ। ਅੱਛਾ। ਤੇ ਕੈਨੇਡਾ ਵਿੱਚ ਮੈਂ 1979 ਚ ਵਿਜ਼ਿਟ ਕਰਨ ਆਇਆ, ਫਿਰ ਮੈਂ ਐਜ਼ ਇਮੀਗ੍ਰੈਂਟ ਫਰਮ ਜਰਮਨੀ ਤੋਂ 81 ਚ ਆਇਆ ਇੱਥੇ। ਤੁਸੀਂ ਕਿਹਾ ਵੀ ਹਿੰਦੁਸਤਾਨ ਨੂੰ ਛੱਡੋ ਨਾ, ਤੁਸੀਂ ਉੱਥੋਂ ਦੇ ਵੀ ਵਸਨੀਕ ਹੋ, ਪਰ ਆਪਣਾ ਵਤਨ ਕਿਉਂ ਛੱਡਣਾ ਵਾ? ਆਉਂਦੇ ਜਾਂਦੇ ਰਹੋ, ਸਾਨੂੰ ਸਗੋਂ ਸਾਡੇ ਸਾਰਿਆਂ ਤੋਂ ਸਾਨੂੰ ਸੇਧ ਮਿਲੂਗੀ ਵੀ ਉੱਥੇ ਕਿ ਸਿਸਟਮ ਕਿਵੇਂ ਆ, ਤੇ ਅਸੀਂ ਵੀ ਉਹ ਜਿਹਾ ਸਿਸਟਮ ਜੇ ਅਸੀਂ ਕੈਲੀਫੋਰਨੀਆ ਨਹੀਂ ਬਣਾ ਸਕੇ ਤੇ ਅਸੀਂ ਬਰੈਂਪਟਨ ਵਰਗਾ ਜਾਂ ਮਿਸੀਸਾਗਾ ਵਰਗਾ ਤਾਂ ਇੱਥੇ ਮੁਲਕ ਬਣਾ ਹੀ ਲਈਏ ਨਾ। ਨਹੀਂ ਜੀ, ਉਹ ਅਸੀਂ ਬਣਾ ਸਕਦੇ ਹਾਂ, ਸਭ ਕੁਝ ਕਰ ਸਕਦੇ ਹਾਂ ਅਸੀਂ। ਸਾਡੇ ਕੋਲ ਬੜੀ ਪੋਟੈਂਸ਼ੀਅਲ ਹੈ। ਸਾਡੇ ਲੋਕ ਬੜੇ ਆਪਣੀ ਮਾਤਰੀ ਭੂਮੀ ਨੂੰ ਇੰਨਾ ਪਿਆਰ ਕਰਦੇ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜੀ। ਸਾਡੇ ਸਰੀਰ ਵਿਸ਼ਕ ਕੈਨੇਡਾ 'ਚ ਵਸਦੇ ਆ, ਅਮਰੀਕਾ 'ਚ ਵਸਦੇ ਆ, ਪਰ ਸਾਡੀ ਰੂਹ ਜਿਹੜੀ ਅੱਜ ਵੀ ਪੰਜਾਬ 'ਚ ਵਸਦੀ ਹੈ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਬਹੁਤ ਵਧੀਆ ਗੱਲ ਕੀਤੀ, ਮਜ਼ਾ ਆ ਗਿਆ ਗੱਲ ਸੁਣ ਕੇ। ਕਮਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ, ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ। ਕੁਝ ਹੋਰ ਵੀ ਕਾਲਰ ਸਾਡੇ ਨਾਲ ਨੇ ਇਸ ਵੇਲੇ ਸੰਪਰਕ ਦੇ ਵਿੱਚ ਨੇ, ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਰਛਪਾਲ ਸਿੰਘ ਬਾਜਵਾ, ਮੈਂ ਫਿਰ ਆਇਆ। ਮੇਰਾ ਇੱਕ ਸੁਰਜੀਤ ਸਿੰਘ ਵਾਲਾ ਇਸ਼ੂ ਰਹਿ ਗਿਆ ਸੀ। ਹਾਂਜੀ, ਸੁਰਜੀਤ ਸਿੰਘ ਵਾਲਾ ਇਸ਼ੂ ਰਹਿ ਗਿਆ। ਤੁਸੀਂ ਇੱਕ ਹੋਰ ਗੱਲ ਕਰਨੀ ਚਾਹੁੰਦੇ ਸੀ ਕਿ ਤੁਹਾਡੇ ਉੱਥੇ ਸਿਸਟਮ ਕੀ ਹੈ ਇਲੈਕਸ਼ਨਸ ਦਾ? ਹਾਂ, ਮੈਂ ਇੱਥੇ ਤੁਹਾਨੂੰ ਦੱਸਦਾ ਵੀ ਮਿਸ਼ੀਗਨ ਸਟੇਟ ਦੀ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ, ਜਾਂ ਹੋਰਾਂ ਥਾਵਾਂ ਦੀ। ਜੀ।
ਜਿੱਥੇ ਕੰਟਰੀ ਸਾਈਡ ਤੇ ਛੋਟੇ ਛੋਟੇ ਟਾਊਨ ਉੱਥੇ ਜੱਜ ਲੱਗਦੇ ਆ, ਕੋਈ ਮੇਅਰ ਬਣਦਾ, ਕੋਈ ਉਹਨਾਂ ਦੀ ਟਾਊਨਸ਼ਿਪ ਦੀ ਕਮੇਟੀ ਬਣਦੀ ਹੈ ਜੀ, ਉਹਦੇ ਵਿੱਚੋਂ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੈਟ ਪਾਰਟੀ ਆਪਣੇ ਨਾਂ ਤੇ ਬੰਦਾ ਨਹੀਂ ਖੜਾ ਕਰਦੀਆਂ। ਓਕੇ, ਉਹਨਾਂ ਦੀਆਂ ਇੰਡੀਪੈਂਡੈਂਟ ਪਾਰਟੀਆਂ ਹੁੰਦੀਆਂ ਵਾ ਇਲਾਕਿਆਂ ਦੀਆਂ, ਤੇ ਉਹ ਆਪਣੇ ਇਲਾਕਿਆਂ 'ਚ ਵੋਟ ਪਾਉਂਦੇ ਆ। ਓਕੇ, ਉਹਨਾਂ ਨੂੰ ਮੁੜ ਕੇ ਗਵਰਨਮੈਂਟ ਗ੍ਰਾਂਟ ਵੀ ਦਿੰਦੀ ਆ, ਫੈਡਰਲ ਗ੍ਰਾਂਟ ਵੀ ਆਉਂਦੀ ਆ, ਪਿੰਡੂ ਗ੍ਰਾਂਟ ਵੀ ਆਉਂਦੀ ਆ, ਸੀਨੀਅਰ ਸਿਟੀਜ਼ਨ ਗ੍ਰਾਂਟ ਵੀ ਆਉਂਦੀ ਆ ਜੀ, ਪਰ ਉਹ ਡੈਮੋਕ੍ਰੈਟ ਤੇ ਰਿਪਬਲਿਕਨ ਦੇ ਥੱਲੇ ਨਹੀਂ ਲੱਗਦੇ, ਤੇ ਨਾ ਹੀ ਕੋਈ ਉੱਥੇ ਕਾਂਗਰਸਮੈਨ ਤੇ ਸੈਨੇਟਰ ਜਾਂ ਦੂਜਾ ਤੀਜਾ ਬੰਦਾ ਉਸ ਇਲਾਕੇ ਦਾ ਜਾ ਕੇ ਉੱਥੇ ਲੋਕਾਂ ਨੂੰ ਕਹਿੰਦਾ, ਮੁਜ਼ਾਹਰੇ ਕਰਦਾ ਜੀ। ਵੀ ਵੋਟਾਂ ਪਾਓ। ਠੀਕ ਹੈ, ਸੋ ਇਹ ਗੱਲ ਪ੍ਰੈਜ਼ੀਡੈਂਟ ਹਿੰਦੁਸਤਾਨ ਨੂੰ ਸੋਚਣ ਦੀ ਲੋੜ ਆ ਔਰ ਅਡਾਪਟ ਕਰਨ ਦੀ ਲੋੜ ਆ। ਹਾਂਜੀ, ਕਿਉਂਕਿ ਪੰਚਾਇਤ ਦੀ ਬੜੀ ਮੈਂ ਇੱਕ ਬਹੁਤ ਇੰਪੋਰਟੈਂਟ ਸਮਝਦਾ। ਇਹ ਇੱਕ ਬੜਾ ਨੈਟਵਰਕ ਆ ਜਿਹੜਾ ਪਿੰਡਾਂ ਨੂੰ ਸ਼ਹਿਰਾਂ ਨਾਲ, ਸ਼ਹਿਰਾਂ ਨੂੰ ਕੈਪੀਟਲ ਨਾਲ, ਕੈਪੀਟਲ ਨੂੰ ਦਿੱਲੀ ਨਾਲ ਕਨੈਕਟ ਕਰਦਾ। ਔਰ ਬੇਸਿਕਲੀ ਜਿਹੜੀ ਡੈਮੋਕ੍ਰੇਸੀ ਹੈ, ਲੋਕਤੰਤਰ ਆ, ਉਹ ਹੇਠਲੇ ਲੈਵਲ ਤੇ ਆਪਣੀਆਂ ਜੜ੍ਹਾਂ 'ਚ ਆਪਾਂ ਲੈ ਕੇ ਜਾ ਸਕਦੇ ਹਾਂ ਇਸ ਸਿਸਟਮ ਦੇ ਥਰੂ। ਦੂਜੀ ਆ, ਤੁਸੀਂ ਸਬ ਇੰਸਪੈਕਟਰ ਸੁਰਜੀਤ ਸਿੰਘ ਦੀ ਕੋਈ ਗੱਲ ਕਰਨ ਲੱਗੇ ਸੀ। ਮੈਂ ਉਹ ਦੱਸਣਾ ਚਾਹੁੰਦਾ ਸੀ ਜੀ, ਵੀ ਮੈਂ ਬਹੁਤ ਕੋਈ ਲੀਗਲ ਐਕਸਪਰਟ ਨਹੀਂ ਗਾ, ਪਰ ਮੈਂ ਜਿਵੇਂ ਮੈਂ ਦੇਖਦਾ ਆਪਣੀ ਲਾਈਫ ਦੇ ਤਜਰਬੇ ਤੋਂ ਜੀ, ਵੀ ਉਹਨੇ ਇੱਕ ਚੀਜ਼ ਦਾ ਗੱਲ ਨੂੰ ਕਬੂਲ ਕੀਤਾ ਵੀ ਮੈਂ ਇਹ ਕੰਮ ਹੋਇਆ ਜਾਂ ਕੀਤਾ। ਜੀ, ਮੇਰੇ ਇਹਦੇ 'ਚ 3 ਕੰਸਰਨ ਆ। ਜੀ, ਇੱਕ ਤੇ ਇਸ ਬੰਦੇ ਨੂੰ ਬੜੀ ਸਿਕਿਉਰਿਟੀ ਪ੍ਰੋਟੈਕਸ਼ਨ ਦੇਣੀ ਚਾਹੀਦੀ ਆ। ਜੀ, ਬੇਸ਼ੱਕ ਇਹਨੂੰ ਕਿਸੇ ਜੇਲ੍ਹ 'ਚ ਵੀ B ਕਲਾਸ 'ਚ ਰੱਖ ਕੇ ਉੱਥੇ ਇਹਨੂੰ ਤਸ਼ੱਦਦ ਨਾ ਕੀਤੀ ਜਾਏ, ਜੀ, ਪਰ ਇਹਨੂੰ ਕਿਸੇ ਜੇਲ੍ਹ 'ਚ ਕਰ ਦੇਣਾ ਚਾਹੀਦਾ ਸੋ ਦੈਟ ਇਹ ਪ੍ਰੋਟੈਕਟਡ ਰਹੇ, ਰਾਈਟ, ਕਿਉਂਕਿ ਇਹਨੇ ਕਿਸੇ ਚੀਜ਼ ਨੂੰ ਕਬੂਲ ਕੀਤਾ। ਜੀ, ਔਰ ਨੰਬਰ 2, ਇੱਥੋਂ ਇੱਕ ਗੱਲ ਇਹ ਵੇਖਣੀ ਚਾਹੀਦੀ ਹੈ ਵੀ ਕੋਈ ਇਹਦੇ 'ਚ ਪੋਲੀਟੀਕਲ ਹੱਥ ਤੇ ਨਹੀਂ ਕਿਸੇ ਪਾਰਟੀ ਦਾ, ਜੀ, ਕਿਉਂਕਿ ਇਹ ਬੰਦਾ 30 ਸਾਲ ਇਹਨੇ ਇਹ ਗੱਲ ਨਹੀਂ ਕੀਤੀ, ਹੁਣ ਇਹਨੂੰ ਕਰਨ ਦੀ ਕੀ ਲੋੜ ਪਈ ਹੈ। ਜੀ, ਤੇ ਮੈਂ ਪਰਸੋਂ ਦੇਖਦਾ ਸੀ ਵੀ ਤੁਹਾਡੇ ਇੱਕ ਪੁਰਾਣੇ ਪਤਾ ਨਹੀਂ ਸੀਨੀਅਰ ਸੁਪਰਡੈਂਟ ਪੁਲਿਸ ਸੀਗੇ ਸਮਥਿੰਗ, ਜੀ, ਸਰਦਾਰ ਲਾਲਪੁਰਾ ਜੀ, ਹਾਂਜੀ, ਤੇ ਉਹਨਾਂ ਨੇ ਕਿਹਾ ਸੀ ਵੀ ਇਹੋ ਜਿਹੇ ਤਾਂ ਹੋਰ ਵੀ ਸੁਰਜੀਤ ਸਿੰਘ ਬਹੁਤ ਦੂਜੇ ਥਾਣਿਆਂ 'ਚ ਵੀ ਜੀ। ਬਹੁਤ ਹੋਣਗੇ। ਤੇ ਮਤਲਬ ਇਹ ਇੱਕ ਬਹੁਤ ਮਾੜੀ ਗੱਲ ਹੈ ਵੀ ਇੱਕ 30 ਸਾਲ ਦੇ ਬਾਅਦ ਬੰਦਾ ਇੱਕ ਦੱਸ ਰਿਹਾ ਇਹਨਾਂ ਦਾ ਜਿਹੜਾ ਫਰੀडम ਆ, ਇਹਨਾਂ ਦੀ ਆਪਣੀ ਸਿਕਿਉਰਿਟੀ ਵਾਸਤੇ ਗਵਰਨਮੈਂਟ ਨੂੰ ਇਹਨਾਂ ਨੂੰ ਕਿਤੇ ਰੱਖ ਕੇ ਕਿਸੇ ਵਧੀਆ ਜੇਲ੍ਹ 'ਚ, ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਨੂੰ ਕੋਈ ਸਜ਼ਾ ਪਾ ਦਿਓ, ਇਹਨਾਂ ਦੀ ਕੋਈ ਕੁੱਟਮਾਰ ਕਰੋ, ਪਰ ਇਹ ਬੜਾ ਇੱਕ ਇੰਪੋਰਟੈਂਟ ਇਹਨਾਂ ਦੀ ਇੱਕ ਬਹੁਤ ਇੰਪੋਰਟੈਂਟ ਕੜੀ ਬਣ ਸਕਦੇ ਆ ਇਹ। ਬਿਲਕੁਲ, ਇਹ ਸਾਰੇ ਬਿਲਕੁਲ ਡਾਕਟਰ ਯਸ਼ਪਾਲ ਸਿੰਘ, ਤਿੰਨੇ ਪੁਆਇੰਟ ਬੜੇ ਵੈਲਿਡ ਆ ਵੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਆ ਔਰ ਦੇਖਣਾ ਚਾਹੀਦਾ ਪੋਲੀਟੀਕਲ ਹੱਥ ਤੇ ਨਹੀਂ, ਸਿਰਫ ਪੋਲੀਟੀਕਲ ਹੱਥ ਨਹੀਂ। ਕੁਝ ਖਬਰਾਂ ਇਹ ਵੀ ਆ ਰਹੀਆਂ ਨੇ, ਹੋ ਸਕਦਾ ਵਾ ਵੀ ਪੁਲਿਸ ਦੇ ਆਪਸ ਦੇ ਵਿੱਚ ਵੀ, ਤੁਹਾਨੂੰ ਪਤਾ ਵਾ ਵੀ ਆਪਸ ਦੇ ਵਿੱਚ ਬਹੁਤ ਲਾਗਤਬਾਜ਼ੀ ਆ, ਸੋ ਸ਼ਾਇਦ ਹੋ ਸਕਦਾ ਉਹਦੇ 'ਚ ਕਿਸੇ ਦਾ ਕੋਈ ਹੱਥ ਨਾ ਹੋਵੇ। ਔਰ ਤੀਸਰਾ ਜਿਹੜਾ ਵਾ ਵੀ ਬਾਕੀ ਏਰੀਆਜ਼ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਤੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਡਾਕਟਰ ਯਸ਼ਪਾਲ ਸਿੰਘ, ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਸੁਣ 'ਚ ਆਇਆ ਵਾ ਉਹ ਸ਼ਾਇਦ ਹਾਈ ਕੋਰਟ ਜਾ ਰਹੇ, ਉਹਨਾਂ ਨੇ ਮੇਰੇ ਖਿਆਲ ਪਟੀਸ਼ਨ ਵਗੈਰਾ ਤਿਆਰ ਕਰ ਲਈ ਆ। ਇੱਕ ਅੱਧੇ ਦਿਨ 'ਚ, ਜੇ ਅੱਜ ਨਹੀਂ ਲੱਗੂਗੀ ਤਾਂ ਸ਼ਾਇਦ ਸੋਮਵਾਰ ਨੂੰ ਉਹਨਾਂ ਦੀ ਪਟੀਸ਼ਨ ਹਾਈ ਕੋਰਟ 'ਚ ਲੱਗਣ ਵਾਲੀ ਆ। ਦੇਖਦੇ ਹਾਂ ਕਿ ਹਾਈ ਕੋਰਟ ਇਹ ਸਾਰੇ ਮਸਲੇ ਤੇ ਕੀ ਵਿਚਾਰ ਕਰਦਾ, ਕੀ ਫੈਸਲਾ ਕਰਦਾ। ਬਹੁਤ ਬਹੁਤ ਧੰਨਵਾਦ ਡਾਕਟਰ ਯਸ਼ਪਾਲ ਸਿੰਘ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਆਓ ਉਹਨਾਂ ਨਾਲ ਵੀ ਸੰਪਰਕ ਕਰਦੇ ਹਾਂ, ਦੇਖਦੇ ਹਾਂ ਕਿ ਉਹ ਕੀ ਗੱਲ ਕਰਨੀ ਚਾਹੁੰਦੇ ਆ। ਹੈਲੋ ਹੈਲੋ ਹੈਲੋ, ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨਾਲੋਂ ਪਹਿਲਾਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਚੈਨਲ ਸਟਾਰਟ ਕਰਨ ਦੀ। ਮਿਹਰਬਾਨੀ ਜੀ। ਬਾਕੀ ਮੈਂ ਗੱਲ ਕਰ ਰਿਹਾ, ਹਾਂਜੀ, ਬਾਕੀ ਮੈਂ ਗੱਲ ਕਰ ਰਿਹਾ ਜੀ ਆਪਣੇ ਪੰਜਾਬ ਤੋਂ ਹੀ। ਮੇਰਾ ਪਿੰਡ ਖੰਨੇ ਦੇ ਨਾਲ ਆ, ਮੇਰਾ ਨਾਮ ਸੁਰਿੰਦਰਪਾਲ ਸਿੰਘ ਹੈ ਜੀ। ਹਾਂਜੀ, ਹੈਲੋ, ਹਾਂਜੀ, ਗੁਰਪਾਲ ਸਿੰਘ ਜੀ, ਖੰਨੇ ਕੋਲ ਕਿਹੜਾ ਪਿੰਡ ਤੁਹਾਡਾ? ਚੱਕ ਮਾਫੀ ਹੈ, ਗੁਰਪਾਲ ਸਿੰਘ ਨਹੀਂ, ਸੁਰਿੰਦਰਪਾਲ ਸਿੰਘ ਜੀ। ਅੱਛਾ ਜੀ, ਹਾਂਜੀ, ਮੇਰਾ ਪਿੰਡ ਹੈਗਾ ਚੱਕ ਮਾਫੀ, ਨੌਲੜੀ ਯਾਰ ਸਲੋਦੀ ਦੇ ਸਿੰਘਾਂ ਦੀ ਸਲੋਦੀ ਚੱਕ ਮਾਫੀ ਵੀ ਕਹਿੰਦੇ ਨੇ, ਨੌਲੜੀ ਚੱਕ ਮਾਫੀ ਵੀ ਕਹਿੰਦੇ ਨੇ, ਸਮਰਾਲਾ ਰੋਡ ਤੇ ਹੈ ਜੀ ਪਿੰਡ ਮੇਰਾ। ਅੱਛਾ ਜੀ। ਤੇ ਬਾਕੀ ਮੈਂ ਗੱਲ ਕਰਨ ਲੱਗੇ ਜੀ ਐਸ ਕਿਹੜੀ ਬੂਟਾਂ ਦੀ, ਤੇ ਪਿਛਲੇ 3 ਦਿਨਾਂ ਤੋਂ ਅਸੀਂ ਫੋਨ ਤੇ ਨਹੀਂ ਇੰਡੀਆ ਕੰਟੈਕਟ ਦੇ ਵਿੱਚ। ਹਾਂ, ਹੁਣ ਤਾਂ ਮੈਂ ਟਰੱਕ ਡਰਾਈਵਰ ਆ, ਪਰ ਰਾਤਾਂ ਨੂੰ ਟਰੱਕ ਚਲਾਉਂਦੇ ਆ, 24 ਘੰਟੇ ਫੋਨ ਤੇ ਲਿਖੀਦਾ ਹੈ ਨਾ ਜੀ। ਹਾਂਜੀ, ਪਰ ਉੱਥੇ ਜਿਹੜਾ ਸਾਡੇ ਪਿੰਡ ਹੁਣ ਮੁੰਡਾ ਜਿੱਤੇ ਆਈ, ਉਹ ਸਾਰਾ ਹੀ 24-25 ਸਾਲ ਦਾ, ਉਹਨੇ 2 ਕਿੱਲੇ ਜ਼ਮੀਨ ਦੇ ਵੇਚ ਕੇ ਤੇ ਘੱਟੋ ਘੱਟ ਨਹੀਂ ਤਾਂ ਉਹਨੇ 1 ਕਰੋੜ ਰੁਪਈਆ ਤੇ ਲਾਇਆ ਜਿੱਤਣ ਖਾਤਰ। ਮਤਲਬ 2 ਕਿੱਲੇ ਸੀ ਉਹਦੇ, 2 ਕਿੱਲੇ ਵੇਚ ਕੇ ਤੇ ਸਾਰਾ ਹੀ ਪੈਸਾ ਇਲੈਕਸ਼ਨ ਜਿੱਤਣ ਲਈ ਲਾਤਾ। ਕਿੱਲੇ ਉਹਦੇ ਕੋਲ, ਕਿੱਲੇ ਤਾਂ ਉਹਦੇ ਕੋਲ ਹੈਗੇ ਜੀ 18-19। ਅੱਛਾ,
ਮਾਂ ਪਿਓ ਦੀ ਡੈਥ ਹੋ ਗਈ ਆ ਉਹਦੀ ਵੀ, ਦੋ ਭਾਈ ਨੇ, ਦੋਹਾਂ ਨੂੰ 18 ਕਿੱਲੇ ਜ਼ਮੀਨ ਦੇ ਆਉਂਦੇ ਨੇ ਤੇ ਉਹਨੇ ਆਪਣੇ 2 ਕਿੱਲੇ ਵੇਚ ਕੇ 1 ਕਰੋੜ ਦੇ 1 ਕਰੋੜ 4 ਲੱਖ ਦੇ ਵੇਚੇ ਨੇ ਜੀ। ਉਹ ਵੋਟਾਂ ਦੇ ਲਾਇਕ ਨੇ ਸਾਰੇ ਜੀ। ਓਕੇ ਇਹ ਜਿਹੇ ਸਰਪੰਚ ਤੋਂ ਕੀ ਉਮੀਦ ਕੀਤੀ ਜਾਂਦੀ ਹੈ ਜੀ? ਬਿਲਕੁਲ, ਜਿਹੜੇ ਬੰਦੇ ਨੇ ਇੰਨੇ ਪੈਸੇ ਲਾਏ ਔਰ ਪੈਸੇ ਬਣਾਉਣ ਦੀ ਵੀ ਕੋਸ਼ਿਸ਼ ਕਰੂਗਾ ਔਰ ਛੋਟੇ ਮਸਲਿਆਂ ਦੇ ਵਿੱਚ ਪਿੰਡ 'ਚ ਜੇ ਸੜਕ ਬਣਨੀ ਆ ਜਾਂ ਕੋਈ ਫਿਰਨੀ ਬਣਨੀ ਆ ਜਾਂ ਕੋਈ ਹੋਰ ਪਿੰਡ ਦੇ ਵਿੱਚ ਜੇ ਕੋਈ ਰਾਸ਼ਨ ਵੰਡਣਾ ਵਾ, ਸ਼ਾਇਦ ਇਹੋ ਜਿਹੀਆਂ ਗੱਲਾਂ ਦੇ ਵਿੱਚ ਵੀ ਫਿਰ ਧਾਂਦਲੇਬਾਜ਼ੀ ਹੋ ਸਕਦੀ ਆ, ਪੈਸੇ ਬਣਾਉਣ ਦੀ ਲੋਕੀ ਕੋਸ਼ਿਸ਼ ਕਰਨਗੇ। ਬਿਲਕੁਲ ਕੋਈ ਚੰਗੇ ਕਿਰਦਾਰ ਵਾਲੇ ਬੰਦਿਆਂ ਨੂੰ ਸਾਨੂੰ ਅੱਗੇ ਕਰਨਾ ਚਾਹੀਦਾ ਵਾ, ਜਿਹੜੇ ਬਿਨਾਂ ਪੈਸੇ ਦੇ ਆਪਣੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਲੈ ਕੇ ਜਿਹੜੇ ਸਾਡੇ ਉਮੀਦਵਾਰ ਬਣ ਕੇ ਜਿਹੜੇ ਜਿੱਤ ਕੇ ਆਉਣ, ਇਹੋ ਜਿਹੀ ਸਾਨੂੰ ਸੋਚ ਰੱਖਣੀ ਚਾਹੀਦੀ ਹੈ। ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ ਜੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਆਓ ਉਹਨਾਂ ਦੇ ਵੀ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰਾਜਵੰਤ ਬੋਲਦਾ ਸੀਗਾ ਯੂਨੀਅਨ ਸਿਟੀ ਤੋਂ। ਰਾਜਵੰਤ ਯੂਬਾ ਸਿਟੀ? ਨਹੀਂ, ਯੂਨੀਅਨ ਸਿਟੀ ਕੈਲੀਫੋਰਨੀਆ। ਹਾਂਜੀ ਰਾਜਵੰਤ ਜੀ। ਹਾਂਜੀ, ਉਹ ਮੈਂ ਦੱਸਣਾ ਚਾਹੁੰਦਾ ਸੀਗਾ, ਇੱਕ ਅੱਜ ਆਨਲਾਈਨ ਖਬਰ ਸੀਗੀ ਪੰਚਾਇਤਾਂ ਦੇ ਬਾਰੇ। ਇੱਕ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਆ ਸਰੂਪਵਾਲ। ਹਾਂਜੀ, ਉੱਥੇ 350 ਵੋਟ ਆ ਉਹ ਪਿੰਡ ਦੀ, ਤੇ ਉੱਥੇ 2 ਬੰਦੇ ਖੜੇ ਸੀ, ਇੱਕ ਆਜ਼ਾਦ ਉਮੀਦਵਾਰ ਤੇ ਇੱਕ ਅਕਾਲੀ ਦਲ ਦਾ ਜੀ। ਤੇ ਜਿਹੜਾ ਆਜ਼ਾਦ ਉਮੀਦਵਾਰ ਆ ਉਹ ਅਮਰੀਕਾ ਤੋਂ ਵਾਪਸ ਗਿਆ ਸੀ ਉੱਥੇ। ਅੱਛਾ। ਤਕਰੀਬਨ ਦੋਨਾਂ ਬੰਦਿਆਂ ਨੇ ਕੋਈ ₹1 ਕਰੋੜ ਲਾਇਆ ਇਲੈਕਸ਼ਨ ਦੇ ਉੱਤੇ। ਉਹ ਤੁਹਾਡਾ ਪੱਲਾ। ਅੱਛਾ। ਜਿਹੜਾ ਆਜ਼ਾਦ ਉਮੀਦਵਾਰ ਖੜਾ ਸੀਗਾ ਉਹਨੇ 24 ਬੰਦੇ ਅਮਰੀਕਾ ਤੋਂ ਵੋਟ ਪਾਉਣ ਲਈ ਸੱਦਿਆ, ਆਪਣਾ ਕਿਰਾਇਆ ਲਾ 24 ਲੱਖ ਰੁਪਈਆ ਲਾ ਕੇ ਉਹਨੇ ਅਮਰੀਕਾ ਗਏ ਜਿਹੜੇ ਨਵੇਂ ਬੰਦੇ ਜਿੱਦਾਂ ਆ ਜਾਂਦੇ ਜਿਹਨਾਂ ਦੀ ਵੋਟ ਪਿੰਡ ਦੇ ਵਿੱਚ ਹੁੰਦੀ ਆ। ਇਹਦਾ ਮਤਲਬ ਉਹਨੇ ਕਈਆਂ ਨੂੰ ਜਹਾਜ਼ ਦੇ ਝੂਟੇ ਦਵਾਤੇ। ਜਿਹੜਾ ਦੂਸਰਾ ਅਕਾਲੀ ਦਲ ਵਾਲਾ ਸੀਗਾ 10 ਲੱਖ ਰੁਪਈਆ ਲਾ ਕੇ ਉਹਨੇ ਵੀ ਇੰਗਲੈਂਡ ਪਿੰਡ ਦੇ ਬੰਦੇ ਗਏ, ਉਹਨੇ ਵੀ ਸੱਦੇ। ਅੱਛਾ। ਤੇ ਮੁੜ ਕੇ ਕਹਾਣੀ ਏਦਾਂ ਹੋਈ ਸੀ, ਉਹ ਜਦੋਂ ਗਿਣਤੀ ਹੋਈ ਤਾਂ ਉਹ 6 ਵੋਟਾਂ ਦੇ ਆਜ਼ਾਦ ਉਮੀਦਵਾਰ ਜਿੱਤਦਾ ਸੀਗਾ। ਤੇ ਜਿਹੜਾ ਅਕਾਲੀ ਦਲ ਵਾਲਾ ਸੀਗਾ ਉਹਨੇ 20 ਵੋਟਾਂ ਦੇ ਬੈਲਟ ਪਾੜ ਕੇ ਤੇ ਅੱਧੇ ਖਾ ਗਿਆ ਉਹ। ਅੱਛਾ। ਤੇ ਹੁਣ ਉੱਥੇ ਜੀ ਉਹ ਇਲੈਕਸ਼ਨ ਜਿਹੜੀ ਕੈਂਸਲ ਹੋ ਗਈ ਆ, ਤੇ ਆਈ ਥਿੰਕ ਹੁਣ ਅਕਾਲੀ ਸਰਕਾਰ ਆ, ਕੀ ਪਤਾ ਜਾਣੀ ਉਹਦੇ ਬੰਦੇ ਦੇ ਹੱਕ ਦੇ ਵਿੱਚ, ਕਿਉਂਕਿ ਤਕਰੀਬਨ 350 ਪਿੰਡ ਦੀ ਵੋਟ ਆ। ਤੁਸੀਂ ਇਹ ਲਾ ਲਓ ਵੀ 1 ਕਰੋੜ ਰੁਪਈਏ ਤੋਂ ਬਾਅਦ ਦੋਨਾਂ ਉਮੀਦਵਾਰਾਂ ਨੇ ਲਾਇਆ, ਤੇ ਇਹਦੇ ਵਿੱਚੋਂ ਕੀ ਕੱਢਣਾ ਕੀ ਪਾਉਣਾ ਤੁਸੀਂ ਮੇਰਾ ਖਿਆਲ ਐ ਲੱਗ ਰਿਹਾ ਵਾ ਰਾਜਵੰਤ ਜੀ ਕਿ ਜਿਹੜਾ ਇਹ ਸਿਸਟਮ ਇਲੈਕਸ਼ਨ ਕਰਾਉਣ ਦਾ ਸਿਸਟਮ ਹੈ, ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਆ, ਉਹ ਬਿਲਕੁਲ ਸਹੀ ਇਲੈਕਸ਼ਨ ਕਰਾਉਣ ਵਾਸਤੇ ਨਾਕਾਮਯਾਬ ਰਹੀ ਆ। ਔਰ ਜੇ ਇਹੋ ਹੀ ਸਿਸਟਮ ਰਿਹਾ ਤੇ ਸ਼ਾਇਦ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾ ਜਿਹੜਾ, ਉਹਨਾਂ ਨੂੰ ਇਹ ਜਿਹੜੀਆਂ ਪੰਚਾਇਤੀ ਚੋਣਾਂ ਵਾ ਸ਼ਾਇਦ ਇਹਨਾਂ ਨੂੰ ਵੀ ਟੇਕ ਓਵਰ ਕਰ ਲੈਣਾ ਚਾਹੀਦਾ ਵਾ, ਤਾਂ ਹੀ ਸ਼ਾਇਦ ਕੋਈ ਸੁਧਾਰ ਆ ਸਕਦਾ। ਕਿਉਂਕਿ ਜਿਹੜੀਆਂ ਲੋਕ ਸਭਾ ਤੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਉਹਦੇ 'ਚ ਅੱਗੇ ਨਾਲੋਂ ਬਹੁਤ ਫਰਕ ਆ ਰਿਹਾ, ਕਾਫੀ ਸਖਤੀ ਹੁੰਦੀ ਆ। ਔਰ ਇਹਦੇ 'ਚ ਐਂ ਲੱਗਦਾ ਵਾ ਵੀ ਕਾਫੀ ਮਿਲੀ ਭੁਗਤ ਸਰਕਾਰ ਦੀ ਹੋ ਜਾਂਦੀ ਹੈ, ਸਰਕਾਰ ਦੇ ਬੰਦਿਆਂ ਦੀ ਹੋ ਜਾਂਦੀ ਹੈ। ਕਿਉਂਕਿ ਜਿਹੜਾ ਤੁਸੀਂ ਅਫਸਰ ਲਾਇਆ ਹੁੰਦਾ ਇੱਥੇ, ਉਹ ਇੱਕ ਸਰਕਾਰ ਦਾ ਜਾਂ ਸਰਵਿੰਗ ਆਫਿਸਰ ਹੁੰਦਾ ਜਾਂ ਰਿਟਾਇਰਡ ਅਫਸਰ ਹੁੰਦਾ ਵਾ। ਸੋ ਇਸ ਕਰਕੇ ਸ਼ਾਇਦ ਇਸ ਸਿਸਟਮ ਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਔਰ ਮੇਰੇ ਖਿਆਲ ਜਿਹੜੀਆਂ ਆਹ ਚੋਣਾਂ ਹੋ ਕੇ ਹਟੀਆਂ ਵਾ, ਇਸ ਚੋਣਾਂ ਦੇ ਨਾਲ ਸ਼ਾਇਦ ਇਹ ਜਿਹੜੀ ਤਬਦੀਲੀ ਲਿਆਉਣ ਦੀ ਜਿਹੜੀ ਲੋੜ ਆ ਉਹ ਹੋਰ ਸਾਹਮਣੇ ਜ਼ਾਹਿਰ ਹੋ ਜਾਂਦੀ ਆ। ਰਾਜਵੰਤ ਜੀ, ਬਹੁਤ ਧੰਨਵਾਦ। ਅੱਜ ਤੁਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਸਾਡੇ ਨਾਲ। ਅਸੀਂ ਇਹ ਗੱਲ ਤਾਂ ਸੁਣੀ ਸੀ ਵੀ ਉੱਥੇ ਚੋਣਾਂ ਕਿਤੇ ਕਿਸੇ ਪਿੰਡ ਦੇ ਵਿੱਚ ਦੁਬਾਰਾ ਹੋ ਰਹੀਆਂ ਵਾ, ਐਗਜ਼ੈਕਟਲੀ ਕਿੰਨਾ ਪੈਸਾ ਖਰਚਿਆ ਗਿਆ ਇਹ ਇੱਕ ਬਹੁਤ ਇੰਟਰਸਟਿੰਗ ਗੱਲ ਹੈ। ਪਰ ਇੱਥੇ ਮੈਨੂੰ ਅਫਸੋਸ ਇਹ ਹੋਇਆ ਕਿ ਅਸੀਂ ਸੋਚਦੇ ਸੀ ਵੀ ਜਿਹੜੇ ਬਾਹਰ ਚਲੇ ਜਾਂਦੇ ਆ ਉੱਥੇ ਬਹੁਤ ਅਵੇਅਰਨੈਸ ਲੈਵਲ ਆ ਜਾਂਦੀ ਹੈ, ਜਾਗਰੂਕਤਾ ਆ ਜਾਂਦੀ ਹੈ। ਕਿਉਂਕਿ ਉੱਥੋਂ ਦੇ ਸਿਸਟਮ ਤੁਸੀਂ ਵੇਖਦੇ ਜੇ, ਉੱਥੇ ਇਹੋ ਜਿਹਾ ਕੰਮ ਨਹੀਂ ਹੁੰਦਾ, ਇਹੋ ਜਿਹੀ ਵੇਸਟੇਜ ਆਫ ਮਨੀ, ਇਹੋ ਜਿਹੀ ਅਣਖ ਖਾਤਰ, ਮਤਲਬ ਵੈਸੇ ਤਾਂ ਬੰਦੇ ਨੂੰ ਅਣਖ ਰੱਖਣੀ ਚਾਹੀਦੀ ਆਪਣੀ, ਪਰ ਇਹ ਕੀ ਹੋਈ ਹੈ ਐਵੇਂ ਟੌਰ ਖਾਤਰ ਤੁਸੀਂ ਇੰਨਾ ਪੈਸਾ ਖਰਚ ਕਰਦੇ ਹੋ। ਔਰ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਅਸੀਂ ਗਲਤ ਕੰਮ ਕਰ ਰਹੇ ਹਾਂ। ਸੋ ਮੇਰੇ ਖਿਆਲ ਲੋਕਾਂ ਨੂੰ ਇਹੋ ਜਿਹੇ ਕੰਮ ਦੇ ਵਿੱਚ ਭਾਈਵਾਲ ਨਹੀਂ ਬਣਨਾ ਚਾਹੀਦਾ। ਔਰ NRIs ਨੂੰ ਜੇ ਉਹ ਭਾਈਵਾਲ ਬਣਦੇ, ਮੈਂ ਤਾਂ ਹੈਰਾਨ ਹਾਂ ਕਿ ਉੱਥੇ ਜਾ ਕੇ ਵੀ ਉਹ ਉੱਥੋਂ ਦੀ ਚੰਗੀਆਂ ਚੀਜ਼ਾਂ ਆਪਾਂ ਇੱਥੇ ਲਿਆਈਏ ਨਾ, ਇੱਥੋਂ ਦੀਆਂ ਪੁਰਾਣੀਆਂ ਚੀਜ਼ਾਂ ਹਾਲੇ ਵੀ ਆਪਣੇ ਨਾਲ ਅਸੀਂ ਆਪਣੇ ਨਾਲ ਰੱਖਦੇ ਹਾਂ, ਔਰ ਆ ਕੇ ਇੱਥੇ ਫਿਰ ਉਹ ਜਿਹੇ ਸਿਸਟਮ 'ਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬਹੁਤ ਹੀ ਚੰਗੀ ਗੱਲ ਨਹੀਂ, ਇੱਕ ਆਈ ਓਪਨਰ ਆ। ਸ਼ਾਇਦ ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਅਸੀਂ ਕੀ ਕਰ ਰਹੇ ਹਾਂ। ਇੱਕ ਹੋਰ ਸੱਜਣ ਨੇ ਸਾਡੇ ਨਾਲ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਹੈਲੋ ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਮੈਂ ਪ੍ਰਿਤਪਾਲ ਗਿੱਲ ਬੋਲ ਰਿਹਾ ਸੈਕਰਾਮੈਂਟੋ ਕੈਲੀਫੋਰਨੀਆ ਤੋਂ। ਹਾਂਜੀ ਪ੍ਰਿਤਪਾਲ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਦੱਸੋ ਕੀ ਵਿਚਾਰ ਸਾਂਝੇ ਕਰਨੇ ਚਾਹੁੰਦੇ ਜੇ? ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਆਈ ਹੈਵ ਨੋ ਵਰਡਸ ਟੂ ਐਪਰੀਸ਼ੀਏਟ ਯੂਰ ਦਿਸ ਸ਼ੋਅ।
ਸੋ ਮੈਂ ਆਪਣੇ ਵੱਲੋਂ ਤੁਹਾਡੀ ਪੂਰੀ ਟੀਮ ਨੂੰ ਬਹੁਤ ਮਿਹਰਬਾਨੀ ਦਿਲੀ ਥੈਂਕਸ ਤੇ ਤੁਹਾਨੂੰ ਮੈਂ ਰਿਗਾਰਡਸ ਆਪਣੇ ਦਿੰਨਾ। ਇਹ ਸ਼ੋਅ ਜੀ ਤੁਹਾਡੇ ਸਿਰ ਤੇ ਚੱਲਦਾ, ਤੁਸੀਂ ਜੇ ਕਾਲ ਕਰਦੇ ਰਹੋਗੇ, ਸਾਡੇ ਨਾਲ ਸੰਪਰਕ ਕਰਦੇ ਰਹੋਗੇ, ਵਿਚਾਰ ਵਟਾਂਦਰਾ ਕਰਦੇ ਰਹੋਗੇ ਤਾਂ ਅਸੀਂ ਹੋਰ ਇਹ ਸ਼ੋਅ ਨੂੰ ਉਤਲੇ ਲੈਵਲ ਤੇ ਲੈ ਜਾਾਂਗੇ। ਸੋ ਇਸੇ ਤਰ੍ਹਾਂ ਹੀ ਕਾਲ ਜ਼ਰੂਰ ਕਰਦੇ ਰਹੋ ਔਰ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ। ਹਾਂਜੀ ਗਿੱਲ ਸਾਹਿਬ। Really, Sandhu Saab, you are conducting this show in a very nice manner. I have no words for that. So ਤੁਸੀਂ ਹਮੇਸ਼ਾ ਨਵੇਂ ਤੋਂ ਨਵਾਂ ਇਸ਼ੂ ਲਿਆਉਣੇ ਆ, ਬਰਨਿੰਗ ਇਸ਼ੂਜ਼ ਜੋ ਹੁਣ ਹੈਗੇ ਇਲੈਕਸ਼ਨ ਦਾ ਹੋਇਆ, ਇਸ ਤੋਂ ਪਹਿਲਾਂ ਬਲੂ ਸਟਾਰ ਆਪਰੇਸ਼ਨ ਜੀ, ਔਰ ਮੈਂ ਜਿੰਨੇ ਮੇਰੇ ਜ਼ਿਹਨ 'ਚ ਸਵਾਲ ਆਉਂਦੇ ਆ ਈਵਨ ਅੱਜ ਕਿਹੜੀ ਗੱਲ ਤੇ ਤੁਸੀਂ ਕਿਹੜੇ ਮਸਲੇ ਤੇ ਆਪਣੇ ਵਿਚਾਰ ਦੱਸਣੇ ਚਾਹੁੰਦੇ ਜੇ? ਸੰਧੂ ਸਾਹਿਬ ਮੈਂ ਤਾਂ ਇਹ ਬਿਆਨ ਕਰਨਾ ਚਾਹੁੰਦਾ ਸੀ ਕਿਉਂਕਿ ਆਈ ਐਮ ਰੈਗੂਲਰ ਵਿਊਅਰ ਆਫ ਯੂਰ ਦਿਸ ਸ਼ੋ ਜੀ। ਸੋ ਜੋ ਵੀ ਮੇਰੇ ਜ਼ਿਹਨ 'ਚ ਕੋਈ ਸਵਾਲ ਆਉਂਦੇ ਆ ਸਾਰੇ ਵਿਊਅਰਸ ਕਾਲਰਸ ਨੇ ਉਹ ਆਲਮੋਸਟ ਤੁਹਾਡੇ ਨਾਲ ਟੇਕ ਅਪ ਕੀਤੇ ਆ। ਸੋ ਮੇਰੀ ਤਾਂ ਇਹੀ ਰਿਕੁਐਸਟ ਹੈ ਸਾਰੇ ਸੁਣਨ ਵਾਲਿਆਂ ਨੂੰ, ਆਪਣੇ ਇੰਡੀਆ 'ਚ ਪੰਜਾਬੀਆਂ ਨੂੰ, ਜੋ ਇਹ ਕੋਈ ਸੁਝਾਅ ਦਿੱਤੇ ਜਾ ਰਹੇ ਆ ਉਹਨਾਂ ਤੇ ਪਲੀਜ਼ ਅਮਲ ਕੀਤਾ ਜਾਵੇ ਤਾਂ ਕਿ ਸਾਡੇ ਇਹ ਪੰਜਾਬ ਨੂੰ ਬਚਾਇਆ ਜਾ ਸਕੇ। ਬਿਲਕੁਲ ਜੀ, ਆਪਾਂ ਨੂੰ ਬਹੁਤ ਲੋੜ ਆ ਕਿਉਂਕਿ ਅਸੀਂ ਸੋਚ ਰਹੇ ਸੀਗੇ ਵੀ ਪੰਜਾਬ ਜਿਹੜਾ ਵਾ ਹੁਣ ਗਾਂਹ ਤੁਰ ਰਿਹਾ ਵਾ, ਤਰੱਕੀ ਕਰ ਰਿਹਾ ਵਾ, ਪਰ ਅੱਜ ਆਪਾਂ ਵੇਖ ਰਹੇ ਹਾਂ ਉਹ ਉਹਦੇ ਨਾਲ ਤਾਂ ਐਂ ਲੱਗਦਾ ਵੀ ਪੰਜਾਬ ਨੇ ਤਰੱਕੀ ਤੇ ਕੀ ਕਰਨੀ ਆ। ਮੇਰੇ ਖਿਆਲ ਪੰਜਾਬ ਇਹ ਵੀ ਨਹੀਂ ਵੀ ਇੱਥੇ ਖੜਾ ਵਾ, ਸ਼ਾਇਦ ਹੋਰ ਪਿੱਛੇ ਤਰੀਕਿਆ ਜਾ ਰਿਹਾ ਵਾ। ਸੋ ਮੇਰੇ ਖਿਆਲ ਆਪਾਂ ਸਾਰਿਆਂ ਨੂੰ ਥੋੜ੍ਹਾ ਜਾਗਣ ਦੀ ਲੋੜ ਆ ਮੇਰੇ ਖਿਆਲ ਵੀ ਆਪਾਂ ਕੀ ਕਰ ਰਹੇ ਹਾਂ, ਆਪਣੇ ਆਪ ਨੂੰ ਆਪਾਂ ਕਿਉਂ ਇਹ ਕੋਸ਼ਿਸ਼ ਕਰ ਰਹੇ ਹਾਂ। ਪ੍ਰਿਤਪਾਲ ਜੀ ਬਹੁਤ ਬਹੁਤ ਧੰਨਵਾਦ। ਇੱਕ ਹੋਰ ਕਾਲਰ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਹੈਲੋ ਹਾਂਜੀ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੰਧੂ ਸਾਹਿਬ ਜੀ ਦੱਸੋ ਜੀ। ਦੇਖੋ ਜੀ ਮਹਿੰਗਾਈ ਵੀ ਹੋ ਗਈ, ਹੁਣ ਸਰਪੰਚੀ ਵੀ ਤਾਂ ਮਹਿੰਗੀ ਹੋਣੀ ਆ ਹਨਾ ਜੀ, ਵੀ ਉਹ ਸਰਪੰਚੀ ਦੇ ਹੁਣ ਇੰਨਾ ਹੀ ਪੈਸਾ ਲੱਗੂ ਜਿਸ ਹਿਸਾਬ ਨਾਲ ਮਹਿੰਗਾਈ ਵਧੀ ਜਾਂਦੀ ਆ। ਦੂਸਰੀ ਗੱਲ ਤੁਸੀਂ ਇੱਥੇ ਦੀ ਗੱਲ ਕਰਦੇ ਸੀਗੇ ਜੀ, ਦੇਖੋ ਜੀ ਮੈਂ ਬਿਜਲੀ ਰਹਿਣਾ ਆ, ਸਾਡੇ ਤੋਂ ਜਿਹੜੇ ਸਾਡੇ ਖਜ਼ਾਨਾ ਮੰਤਰੀ ਆ ਜਨਫਲੈਂਟੀ ਜੱਜ ਆ, ਅਸੀਂ ਕਦੇ ਵੀ ਉਹਨਾਂ ਦਾ ਨਾਂ ਨਹੀਂ ਸੁਣਿਆ ਵੀ ਅੱਜ ਬਾਰਬੈਕਿਊ ਅੱਜ ਇੱਥੇ ਆ ਜਾਓ, ਇਕੱਠੇ ਹੋ ਜਾਓ, ਉੱਥੇ ਹੋ ਜਾਓ। ਬਰੈਂਪਟਨ ਦੇ ਵਿੱਚ ਜਿੰਨੇ ਵੀ ਆਪਣੇ ਪੰਜਾਬੀ ਖੜਦੇ ਜੀ ਸਾਰੇ ਕਦੇ ਅੱਜ ਜੀ ਮੇਰਾ ਬਾਰਬੈਕਿਊ ਆ ਜੀ, ਅੱਜ ਇਕੱਠੇ ਹੋ ਜਾਓ, ਇੱਥੇ ਆਣ ਕੇ ਉੱਥੇ ਦਾਰੂ ਪਿਲਾਈ ਜਾਂਦੀ ਆ, ਸਾਰਾ ਕੁਛ ਉੱਥੇ ਉਹੀ ਲਿਆ ਕੇ ਇਹਨਾਂ ਨੇ ਇੱਥੇ ਸਾਰਾ ਕੁਝ ਇਕੱਠਾ ਕਰ ਲਿਆ ਹਨਾ। ਇੱਕ ਸਾਡੇ ਹੋਰ ਹੈਗੇ ਸੀਗੇ ਜੀ, ਉਹ ਇੱਥੋਂ ਤਾਂ ਹਾਰ ਗਏ, ਮੁੜ ਕੇ ਉੱਥੇ ਬਾਦਲ ਸਾਹਿਬ ਉਹਨਾਂ ਦੀ ਸਪੋਰਟ ਕਰਨ ਚਲੇ ਗਏ ਹਨਾ ਜੀ, ਉੱਥੋਂ ਵੀ ਉਹ ਵੀ ਬੰਦਾ ਹਾਰ ਗਿਆ ਵਿਚਾਰਾ, ਹੁਣ ਫੇਰ ਦੁਬਾਰਾ ਇੱਥੇ ਆ ਗਏ ਹਨਾ। ਠੀਕ ਹੈ, ਕੌਣ ਸੱਜਣ ਜੇ ਤੁਸੀਂ, ਕੌਣ ਅਰਜ਼ ਕਰ ਰਹੇ ਜੇ? ਮੈਂ ਗੁਰਵਿੰਦਰ ਬੋਲਦਾ ਜੀ, ਮੈਂ ਟਾਂਟੋ ਬਿਟਵੀ ਤੋਂ ਬੋਲਦਾ ਜੀ, ਮੇਰਾ ਜਿਹੜਾ ਸਿਟੀ ਹੈ ਮੇਰੀ ਬਿਟਵੀ ਆ। ਹਾਂਜੀ ਮੈਂ ਟਾਂਟੋ ਤੋਂ ਕਾਲ ਕਰਦਾ ਜੀ, ਕਿਉਂਕਿ ਵੀ ਇਹ ਸਾਰਾ ਕੁਝ ਇੱਥੇ ਉਹੀ ਸਿਸਟਮ ਇਹਦਾ ਲੈ ਕੇ ਆਉਂਦਾ। ਹੁਣ ਜੇ ਆਪਾਂ ਤੁਸੀਂ ਆਪਣੇ ਸਾਰੇ ਕਹਿੰਦੇ ਮਿੰਨੀ ਪੰਜਾਬ ਆ ਜੀ, ਜਿਹੜਾ ਬਰੈਂਪਟਨ ਮਿਸੀਸਾਗਾ ਹੋ ਗਿਆ ਜੀ, ਕੌਣ ਇਲੈਕਸ਼ਨ ਲੜਦਾ ਉੱਥੇ ਸਾਰਾ ਕੁਝ ਹੀ ਆਏ ਤੇ 2-3 ਮਹੀਨੇ ਬਾਅਦ ਮੈਂ ਸੁਣਦਾ ਤੇ ਰੇਡੀਓ ਤੇ ਅੱਜ ਜੀ ਬਾਰਬੈਕਿਊ ਹੋ ਰਿਹਾ ਜੀ, ਅੱਜ ਉੱਥੇ ਜੀ ਦਾਰੂ ਪਿਲਾਈ ਜਾਂਦੀ ਆ, ਸਾਰਾ ਕੁਝ ਸੇਮ ਸਿਸਟਮ ਉਹੀ ਇੱਥੇ ਹੋ ਰਿਹਾ ਆ। ਇਹ ਵੈਸੇ ਮਾੜੀ ਗੱਲ ਹੈ, ਆਪਾਂ ਨੂੰ ਉਹ ਸਿਸਟਮ ਜਿਹੜਾ ਉੱਥੋਂ ਦਾ ਸਿਸਟਮ ਜੇ ਚੰਗਾ ਸਿਸਟਮ ਹੈ ਉਹਨੂੰ ਅਡਾਪਟ ਕਰਨਾ ਚਾਹੀਦਾ, ਨਾ ਕਿ ਆਪਣੀਆਂ ਇੱਥੋਂ ਦੀਆਂ ਮਾੜੀਆਂ ਗੱਲਾਂ ਉੱਥੇ ਲੈ ਜਾਈਏ। ਤੁਸੀਂ ਜਿਹੜੀ ਗੱਲ ਕੀਤੀ ਆ ਠੀਕ ਆ, ਮਜ਼ਾਕੀਆ ਤੌਰ ਤੇ ਗੱਲ ਕੀਤੀ ਕਿ ਸਭ ਕੁਝ ਮਹਿੰਗਾਈ ਹੋ ਰਹੀ ਹੈ, ਸੋ ਸਰਪੰਚੀ ਵੀ ਮਹਿੰਗੀ ਹੋ ਜਾਣੀ ਆ, ਪਰ ਸ਼ਾਇਦ ਜਿਵੇਂ ਇੱਕ ਹੋਰ ਆਪਣੇ ਸੱਜਣ ਨੇ ਗੱਲ ਕੀਤੀ ਵੀ 1 ਕਰੋੜ ਰੁਪਈਆ ਇੱਕ ਉਮੀਦਵਾਰ ਇੱਕ ਸਰਪੰਚੀ ਦੇ ਖਰਚੇ, ਇਹ ਤਾਂ ਬਿਲਕੁਲ ਪੈਸੇ ਦੀ ਬਰਬਾਦੀ ਆ। 1 ਕਰੋੜ ਦੇ ਨਾਲ ਤੁਸੀਂ ਇਹ ਵੇਖੋ ਵੀ ਕਿੰਨੇ ਲੋਕਾਂ ਨੂੰ ਵਜ਼ੀਫੇ ਮਿਲ ਸਕਦੇ ਆ, ਉਹਨਾਂ ਦੀ ਐਜੂਕੇਸ਼ਨ ਹੋ ਸਕਦੀ ਆ, ਉਹ ਅਫਸਰ ਬਣ ਸਕਦੇ ਆ ਔਰ ਸਮਾਜ ਦੀ ਕੋਈ ਸੇਵਾ ਕਰ ਸਕਦੇ ਆ। ਕਿਉਂ ਇਹ ਇਸ ਤਰ੍ਹਾਂ ਦਾ ਪੈਸਾ ਇੱਥੇ ਬਰਬਾਦ ਕਰ ਰਹੇ ਆ? ਬਿਲਕੁਲ ਮਹਿੰਗਾਈ ਤਾਂ ਜ਼ਰੂਰ ਹੋ ਰਹੀ ਆ। ਕੱਲ੍ਹ ਮੈਂ ਸੁਣ ਰਿਹਾ ਸੀ ਕਿ ਸ਼ਾਇਦ ਟਮਾਟਰ 100 ਰੁਪਏ ਕਿਲੋ ਹੋ ਗਿਆ ਇੱਥੇ, अब बारिशां करके काफ़ी दिक्कत आ रही है। सो इस करके महंगाई तो जरूर हो रही है, पर महंगाई जी वो आपां नूं खर्चे घटाउण की लोड़ है, ना कि खर्चे वधाउण दी। गुरविंदर जी बहुत बहुत धन्यवाद। इस तरह ही साडे नाल संपर्क करते रहो। सानूं कुछ होर मसलियां ते भी ईमेल्स आईयां ने जिन्हां दा मैं इत्थे जिक्र करना चाहूँगा। एक ईमेल आई है लॉस एंजलिस तो हरप्रीत सेखों। हरप्रीत सेखों ने एक कानूनी नुकता साडे सामने लिआंदा। उन्होंने कहा कि IAS अफसर कान सिंह पन्नू की मारकुटाई बहुत मनभागी सी, पर पुलिस वीडियो बनाने वाले बंदे नूं क्यों अरेस्ट कर रही है। उन्होंने मुताबिक इस सज्जन ने वीडियो लोगों के बिल्कुल शरेआम सामने बनाई, कोई चोरी छिपे नहीं बनाई। उन्होंने किसी की जसूसी नहीं की, ना ही किसी की निजी जिंदगी च दखल दिता। एक पब्लिक स्पैक्टिकल सीगा, उहदी उन्होंने वीडियो बनाई है। उन्होंने मुताबिक इस
ਉਹਨਾਂ ਦੇ ਮੁਤਾਬਿਕ ਇਸ ਵੀਡੀਓ ਬਣਾਉਣ ਦਾ ਕੋਈ ਜੁਰਮ ਨਹੀਂ ਬਣਦਾ। ਤੁਹਾਨੂੰ ਇਸ ਦਾ ਕਾਨੂੰਨੀ ਐਂਗਲ ਉਹਨਾਂ ਕਿਹਾ ਸਾਨੂੰ ਕਿ ਕਾਨੂੰਨੀ ਐਂਗਲ ਜਿਹੜਾ ਵਾ ਉਹ ਵਿਚਾਰਨਾ ਚਾਹੀਦਾ ਹੈ। ਹਰਪ੍ਰੀਤ ਸੇਖੋਂ, ਤੁਹਾਡੀ ਗੱਲ ਠੀਕ ਹੈ। ਮੈਂ ਪਿਛਲੇ ਹਫ਼ਤੇ ਆਪਣੀ ਫੇਸਬੁੱਕ 'ਤੇ ਵੀ ਇਹੋ ਹੀ ਲਿਖਿਆ ਸੀ ਕਿ ਜੇ ਤੇ ਵੀਡੀਓ ਬਣਾਉਣ ਵਾਲਾ ਇਨਸਾਨ ਕਿਸੇ ਸਾਜ਼ਿਸ਼ ਦਾ ਹਿੱਸਾ ਵਾ, ਮਤਲਬ ਉਹ ਸਾਜ਼ਿਸ਼ ਅਧੀਨ ਉਹਨੇ ਉਹ ਕੁਝ ਬੰਦਿਆਂ ਨੇ ਫੈਸਲਾ ਕੀਤਾ ਵੀ ਅਸੀਂ ਕਾਹਨ ਸਿੰਘ ਪੰਨੂ 'ਤੇ ਅਟੈਕ ਕਰਨਾ ਅਤੇ ਤੂੰ ਵੀਡੀਓ ਬਣਾਏਂਗਾ, ਜੇ ਤੇ ਉਹ ਸਾਜ਼ਿਸ਼ ਦਾ ਹਿੱਸਾ ਵਾ ਤਾਂ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ। ਜੇ ਉਹ ਨਹੀਂ ਇਹਦੇ 'ਚ ਕੌਂਸਪੀਰੇਸੀ ਦਾ ਹਿੱਸਾ ਨਹੀਂ ਹੈ ਤਾਂ ਉਸ ਦਾ ਕੰਮ ਮੇਰੇ ਹਿਸਾਬ ਨਾਲ ਕਾਫੀ ਕਾਬਲੇ ਤਾਰੀਫ ਹੈ। ਇਹ ਸਾਰਾ ਮੁੱਦਾ ਸਿਰਫ ਤੇ ਸਿਰਫ ਉਸ ਦੀ ਵੀਡੀਓ ਬਣਾਉਣ ਕਰਕੇ ਪਬਲਿਕ ਦੇ, ਜੇ ਉਹ ਵੀਡੀਓ ਨਾ ਬਣਾਉਂਦਾ ਤਾਂ ਇਹ ਮੁੱਦਾ ਪਬਲਿਕ ਦੇ ਸਾਹਮਣੇ ਨਹੀਂ ਆਉਣਾ ਸੀ। ਸੋ ਇਸ ਇੱਕ ਤਰੀਕੇ ਨਾਲ ਜੇ ਉਹ ਸਾਜ਼ਿਸ਼ ਦਾ ਹਿੱਸਾ ਨਹੀਂ ਤਾਂ ਉਹ ਇੱਕ ਸਿਟੀਜ਼ਨ ਜਰਨਲਿਜ਼ਮ ਦਾ ਇੱਕ ਬਿਹਤਰੀਨ ਉਦਾਹਰਣ ਹੈ। ਸੋ ਇਸ ਕਰਕੇ ਇਸ ਮਸਲੇ ਦੇ ਵਿੱਚ ਅਸੀਂ ਵੇਟ ਕਰ ਰਹੇ ਹਾਂ, ਕਿਉਂਕਿ ਪੁਲਿਸ ਨੇ ਇੱਕ ਸੱਜਣ ਨੂੰ ਅਰੈਸਟ ਕੀਤਾ ਵਾ, ਉਹਦੀ ਇੰਟਰੋਗੇਸ਼ਨ ਸ਼ਾਇਦ ਪੁਲਿਸ ਹਿਰਾਸਤ ਖਤਮ ਹੋ ਗਈ ਆ, ਹੁਣ ਉਹ ਜੁਡੀਸ਼ੀਅਲ ਰਿਮਾਂਡ ਚਲੇ ਗਏ, ਜੇਲ੍ਹ 'ਚ ਭੇਜਤਾ। ਪੁਲਿਸ ਨੂੰ ਇਹ ਦੱਸਣਾ ਚਾਹੀਦਾ ਵਾ ਵੀ ਹੁਣ ਤੱਕ ਕੀ ਗੱਲ ਸਾਹਮਣੇ ਆਈ ਆ, ਕੋਈ ਸਾਜ਼ਿਸ਼ ਵਾਕਈ ਸੀ ਉਹਦੇ 'ਚ ਜਾਂ ਇੱਕ ਲੋਕਾਂ ਦਾ ਉਸੇ ਵੇਲੇ ਗੁੱਸਾ ਕਿਸੇ ਅਫਵਾਹਾਂ ਦੇ ਬੇਸ 'ਤੇ ਜਾਂ ਕਿਸੇ ਗੱਲ ਦੇ ਬੇਸ 'ਤੇ ਲੋਕੀ ਭੜਕ ਗਏ ਔਰ ਉਹਨਾਂ ਨੇ ਇਹ ਸਭ ਕੁਛ ਕੀਤਾ। ਅਸੀਂ ਫਿਰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਕਾਹਨ ਸਿੰਘ ਪੰਨੂ ਨਾਲ ਹੋਇਆ, ਜੇ ਉਹਨਾਂ ਨੇ ਕੁਛ ਕਿਹਾ ਵੀ ਸੀ ਤੇ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਇਹ ਬਿਲਕੁਲ ਨਹੀਂ ਬਣਦਾ। ਪਰ ਅੱਜ ਜਿਹੜਾ ਮਸਲਾ ਵਾ ਅਸੀਂ ਇਹ ਇੱਕ ਕਾਨੂੰਨੀ ਨੁਕਤਾ ਤੁਹਾਡੇ ਸਾਹਮਣੇ ਰੱਖਿਆ ਵਾ। ਇੱਕ ਹੋਰ ਈਮੇਲ ਰਾਹੀਂ ਅਮਿਤ ਵਿਸ਼ਿਸ਼ਟ ਨੇ ਸਾਡੇ ਚੈਨਲ ਨੂੰ ਇੱਕ ਤਰੀਕੇ ਨਾਲ ਫਟਕਾਰਿਆ ਵਾ। ਉਹਨਾਂ ਕਿਹਾ ਕਿ ਅਸੀਂ ਤਰਨ ਤੋਂ ਜਿਹੜੀ ਖਬਰ ਆਈ ਸੀਗੀ ਉਹ ਅਸੀਂ ਕਿਉਂ ਨਹੀਂ ਦਿਖਾਈ। ਉਹ ਸ਼ਾਇਦ ਜ਼ਿਕਰ ਕਰ ਰਹੇ ਨੇ ਸਬ ਇੰਸਪੈਕਟਰ ਸੁਰਜੀਤ ਸਿੰਘ ਦੇ ਇਕਬਾਲੀਆ ਬਿਆਨ ਦੀ। ਇਸ ਇਕਬਾਲੀਆ ਬਿਆਨ 'ਚ ਸੁਰਜੀਤ ਸਿੰਘ ਨੇ ਝੂਠੇ ਪੁਲਿਸ ਮੁਕਾਬਲੇ ਕਰਨ ਨੂੰ ਮੰਨਿਆ ਸੀ। ਉਹਨੇ ਕਿਹਾ ਸੀ ਵੀ ਜਿਹੜੇ ਉੱਥੇ FIRs ਹੋਈਆਂ ਉਹ 'ਚੋਂ ਕੁਝ ਜਿਹੜੀਆਂ FIR ਸੀ ਉਹ ਬਿਲਕੁਲ ਸ਼ਰੇਆਮ ਗਲਤ ਆ, ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਅਮਿਤ ਨੇ ਕੱਲ੍ਹ ਕਿਸੇ ਹੋਰ ਚੈਨਲ 'ਤੇ ਇਹ ਖਬਰ ਦੇਖੀ ਅਤੇ ਸਾਨੂੰ ਉਹਨਾਂ ਨੇ ਈਮੇਲ ਭੇਜੀ। ਅਮਿਤ ਕੁਮਾਰ ਜੀ, ਤੁਹਾਡਾ ਗਿਲਾ ਬਿਲਕੁਲ ਬੇਬੁਨਿਆਦ ਹੈ, ਕਿਉਂਕਿ ਇਹ ਮਸਲਾ ਅਸੀਂ ਚੁੱਕਿਆ ਸੀ। ਸੋ ਹੁਣ ਤੁਸੀਂ ਜੇ ਕਿਸੇ ਹੋਰ ਚੈਨਲ 'ਤੇ ਇਹ ਵੇਖਿਆ ਹੈ ਤਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਅਸੀਂ ਇਹ 2-3 ਦਿਨ ਤੋਂ 3-4 ਦਿਨ ਤੋਂ ਇਨਫੈਕਟ ਇਹ ਮਸਲਾ ਜਿਹੜਾ ਵਾ ਚਲਾ ਰਹੇ ਹਾਂ। ਅਸੀਂ ਇਹ 'ਤੇ ਇਨਕੁਆਇਰੀ ਦੀ ਮੰਗ ਕਰ ਰਹੇ ਹਾਂ ਅਤੇ ਅਸੀਂ ਇਹ ਹਾਲੀ ਵੀ ਇਸ ਮਸਲੇ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅਸੀਂ ਕੁਝ ਹੋਰ ਵੀ ਆਪਾਂ ਗੱਲਾਂ ਕਰਨੀਆਂ ਵਾ, ਪਰ ਮੇਰੇ ਖਿਆਲ ਜਿਹੜੇ ਆਪਣੇ ਸੱਜਣ ਆਪਣੇ ਸੰਪਰਕ ਦੇ ਵਿੱਚ ਨੇ, ਕਿਉਂਕਿ ਇਸ ਤੋਂ ਬਾਅਦ ਅੱਜ ਤੋਂ ਬਾਅਦ ਆਪਾਂ ਫਿਰ ਵੀਕਐਂਡ ਹੋ ਜਾਣਾ, ਤਾਂ ਵੀਕਐਂਡ ਤੋਂ ਬਾਅਦ 2-3 ਦਿਨਾਂ ਬਾਅਦ ਮਿਲਣਾ। ਸੋ ਮੈਂ ਚਾਹੁੰਦਾ ਵਾਂ ਕਿ ਜਿੰਨੇ ਲੋਕਾਂ ਨਾਲ ਸੱਜਣਾਂ ਨਾਲ ਆਪਣੀ ਗੱਲਬਾਤ ਹੋ ਜਾਏ ਉਨਾ ਹੀ ਚੰਗਾ ਵਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਨੀਲ ਹੈ। ਸੁਨੀਲ ਡੈਲਸ ਟੈਕਸਸ ਤੋਂ ਬੋਲ ਰਿਹਾ। ਹਾਂਜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਵੀਡੀਓ ਦਿਖਾਈ ਹੈਗੀ ਹੈ ਔਰ ਟੀਚਰ ਸਾਹਿਬ ਨੇ ਕਿਹਾ ਕਿ ਬਿਲਕੁਲ ਨਿਰਪੱਖ ਹੋਈਆਂ ਚੋਣਾਂ, ਤੇ ਮੈਂ ਤੇ ਉਹਨਾਂ ਨਾਲ ਸਹਿਮਤ ਹਾਂ, ਕਿਉਂਕਿ ਉਹਨਾਂ ਨੇ ਜੋ ਰਿਜ਼ਲਟ ਐਕਸਪੈਕਟ ਕੀਤੇ ਸਨ ਜੀ ਉਹ ਉਹਨਾਂ ਨੂੰ ਮਿਲ ਗਏ ਆ ਜੀ, ਤੇ ਉਹਨਾਂ ਦੇ ਤਾਂ ਨਿਰਪੱਖ ਹੀ ਆ। ਤੇ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸੀ ਕਿ ਬਈ 1-1 ਕਰੋੜ ਰੁਪਇਆ ਲਗਾਇਆ ਹੈਗਾ ਸਿਰਫ ਪੰਚਾਇਤੀ ਚੋਣਾਂ ਲਈ ਜੀ, ਤੇ ਤੁਸੀਂ ਅਗਰ ਵੇਖੋ ਤੇ ਇਸ ਵੇਲੇ ਪੰਜਾਬ ਨੂੰ ਇਹਨਾਂ ਚੀਜ਼ਾਂ ਨਾਲੋਂ ਜ਼ਿਆਦਾ ਲੋੜ ਹੈਗੀ ਹੈ ਉਦਯੋਗ ਦੀ, ਨੌਕਰੀਆਂ ਦੀ, ਨਸ਼ਿਆਂ ਤੋਂ ਬਚਣ ਦੇ ਤਰੀਕਿਆਂ ਅਪਣਾਉਣ ਦੀ ਜੀ। ਤੇ ਹੁਣ ਕੀ ਕਹੀਏ ਵੀ ਇਹਨਾਂ ਨੂੰ ਤਾਂ ਆਪ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਪਿੰਡ ਦੇ ਪੰਚਾਇਤ ਲਈ ਤੁਸੀਂ ਇੰਨੇ ਪੈਸੇ ਖਰਚਦੇ ਪਏ ਹੋ, ਫਿਰ ਕਿੱਦਾਂ ਚੱਲੂਗਾ? ਬਿਲਕੁਲ ਇਸ ਤਰ੍ਹਾਂ ਸਿਸਟਮ ਕਿਵੇਂ ਚੱਲੂਗਾ? ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਇਹ ਨਿਰਪੱਖ, ਦੇਖੋ ਚੋਣਾਂ ਦੇ ਨਤੀਜੇ ਕਰੀਬ ਐਕਸਪੈਕਟਡ ਸੀਗੇ, ਕਿਉਂਕਿ ਜੋ ਸਿਸਟਮ ਬਣਿਆ ਵਾ ਜਿਹੜਾ ਸੱਤਾ ਧਿਰ ਹੁੰਦਾ ਵਾ ਉਹ ਨਾਰਮਲੀ ਬਾਈ ਇਲੈਕਸ਼ਨ ਵੀ ਜਿੱਤ ਜਾਂਦਾ ਔਰ ਪੰਚਾਇਤੀ ਚੋਣਾਂ ਦੇ ਵਿੱਚ ਵੀ ਉਹਦਾ ਪਲੜਾ ਹਮੇਸ਼ਾ ਹਾਵੀ ਹੁੰਦਾ। ਉਹਦਾ ਰੀਜ਼ਨ ਬੜਾ ਕਲੀਅਰ ਹੈ, ਕਿਉਂਕਿ ਸਰਪੰਚਾਂ ਨੂੰ ਪੰਚਾਇਤਾਂ ਨੂੰ ਗ੍ਰਾਂਟਸ ਮਿਲਦੀਆਂ ਵਾ ਸਰਕਾਰ ਕੋਲੋਂ, ਬਹੁਤ ਜ਼ਿਆਦਾ। ਕੁਝ ਗ੍ਰਾਂਟਸ ਗਵਰਨਮੈਂਟ ਆਫ ਇੰਡੀਆ ਤੋਂ ਵੀ ਆਉਂਦੀਆਂ, ਜ਼ਿਆਦਾ ਗ੍ਰਾਂਟ ਸਰਕਾਰ ਸਟੇਟ ਗਵਰਨਮੈਂਟ ਦਿੰਦੀ ਹੈ। ਔਰ ਮਿਨਿਸਟਰਸ ਕੋਲ ਬੜੀਆਂ ਪਾਵਰ ਹੁੰਦੀਆਂ, ਜਦੋਂ ਵੀ ਕੋਈ ਮਿਨਿਸਟਰ ਜਾਂ ਕੋਈ MLA ਜਾਂ ਕੋਈ CPS ਚੀਫ ਪਾਰਲੀਮੈਂਟਰੀ ਸਕੱਤਰ ਜਿਹੜਾ ਵਾ ਉਹ ਕਿਸੇ ਹਲਕੇ ਜਾਂਦਾ, ਕਿਸੇ ਪਿੰਡ 'ਚ ਜਾਂਦਾ, ਉਹ ਆਪਣੇ ਕੋਲੋਂ ਵੀ ਥੋੜ੍ਹਾ ਬਹੁਤ ਪੈਸਾ ਦੇ ਸਕਦਾ। ਸੋ ਇਸ ਕਰਕੇ ਨਾਰਮਲੀ ਜਿਹੜੀਆਂ ਸਰਪੰਚੀ ਅਤੇ ਪੰਚੀ ਦੀਆਂ ਇਲੈਕਸ਼ਨਸ ਆ, ਇਹਦੇ ਵਿੱਚ ਜਿਹੜੇ ਸੱਤਾ ਧਿਰ ਆ ਉਹਦੇ ਉਮੀਦਵਾਰ ਹੀ ਜ਼ਿਆਦਾਤਰ ਜਿੱਤਦੇ ਆ।
ਸੋ ਇਸ ਕਰਕੇ ਮੇਰਾ ਖਿਆਲ ਸੀ ਵੀ ਇਹਦੇ 'ਚ ਕੋਈ ਧਾਂਦਲੇਬਾਜ਼ੀ, ਹੇਰਾਫੇਰੀ, ਧੱਕਾ ਕਰਨ ਦੀ ਲੋੜ ਹੀ ਨਹੀਂ ਸੀ। ਜ਼ਿਆਦਾ ਉਮੀਦਵਾਰ ਇਹਨਾਂ ਦੇ ਹੀ ਜਿੱਤਣੇ ਸੀ। ਸੋ ਇਸ ਕਰਕੇ ਜੇ ਕੁਝ ਉਮੀਦਵਾਰ ਦੂਜਿਆਂ ਦੇ ਵੀ ਜਿੱਤਣ ਦਿੰਦੇ ਜਿਹੜੇ ਜਿੱਤ ਸਕਦੇ ਸੀ, ਤੇ ਮੇਰੇ ਖਿਆਲ ਆ ਉਹਦੇ ਨਾਲ ਸਗੋਂ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਸੀ ਉਹਦੇ 4 ਚੰਨ ਲੱਗਣੇ ਸੀ ਵੀ ਵੇਖੋ ਜੀ ਇਹ ਕਿੰਨੇ ਫੇਅਰ ਹੈ। ਔਰ ਜੇ ਅਪੋਜੀਸ਼ਨ ਵੀ ਕਹਿੰਦੀ ਜੀ ਹਾਂ ਬਿਲਕੁਲ ਇਲੈਕਸ਼ਨ ਫੇਅਰ ਆ, ਤੇ ਇੱਕ ਇੱਕ ਸਰਕਾਰ ਦੇ ਵਾਸਤੇ ਇੱਕ ਬਹੁਤ ਵੱਡੀ ਉਪਲਬਧੀ ਸੀ। ਸੋ ਇਸ ਕਰਕੇ ਬਿਲਕੁਲ ਲੋੜ ਹੀ ਨਹੀਂ ਸੀ। ਪਤਾ ਨਹੀਂ ਇਹ ਕਿਉਂ ਇਹੋ ਜਿਹੀ ਧਾਂਦਲੇਬਾਜ਼ੀ ਹੋਈ। ਔਰ ਬਾਕੀ ਤੁਸੀਂ ਗੱਲ ਕੀਤੀ ਹੈ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਦੀ ਲੋੜ ਆ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਛੋਟੇ ਕਸਬੇ ਆ, ਪਿੰਡ ਆ, ਉੱਥੇ ਇਹੋ ਜਿਹੇ ਹਾਲਾਤ ਬਣ ਜਾਣ ਵੀ ਲੋਕਾਂ ਨੂੰ ਸ਼ਹਿਰ ਨਾ ਆਉਣਾ ਪਵੇ। ਹੁਣ ਹੌਲੀ ਹੌਲੀ ਲੋਕ ਪਿੰਡ ਦੇ ਪੜ੍ਹ ਲਿਖ ਕੇ ਉਹ ਪਿੰਡ 'ਚ ਨਹੀਂ ਰਹਿਣਾ ਚਾਹੁੰਦੇ, ਸ਼ਹਿਰਾਂ 'ਚ ਆਉਣਾ ਚਾਹੁੰਦੇ ਆ। ਸਗੋਂ ਇਹ ਸਾਨੂੰ ਰਿਵਰਸ ਗੇਅਰ ਲਾਉਣ ਦੀ ਲੋੜ ਹੈ। ਜਿਵੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਆਪਣੀ ਕਿਤਾਬ ਦੇ ਵਿੱਚ ਡਿਸਕਵਰੀ ਆਫ ਇੰਡੀਆ 'ਚ ਜਿਹੜੀ ਉਹਨਾਂ ਦੀ ਜੀਵਨੀ ਆ ਉਹਦੇ 'ਚ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਬਹੁਤ ਵਧੀਆ ਚੈਪਟਰ ਜਿਹੜਾ ਮੈਨੂੰ ਪਸੰਦ ਹੈ ਉਸ ਕਿਤਾਬ ਦਾ, ਉਹ ਇਹ ਵਾ ਵੀ ਸਾਨੂੰ ਪਿੰਡਾਂ ਨੂੰ ਇਸ ਤਰ੍ਹਾਂ ਸਟਰੈਂਥਨ ਕਰਨ ਦੀ ਲੋੜ ਆ ਕਿ ਪਿੰਡ ਜਿਹੜੀ ਆ ਉਹ ਇੱਕ ਬੇਸਿਕ ਯੂਨਿਟ ਹੋਵੇ ਸਾਰੀ ਫੰਕਸ਼ਨਿੰਗ ਦੀ। ਸਾਰਾ ਕੰਮ ਜਿਹੜਾ ਦਾਰੋ ਮਦਾਰ ਆ ਉਹ ਪਿੰਡ ਤੋਂ ਸ਼ੁਰੂ ਹੋਵੇ। ਪਿੰਡ ਨੂੰ ਅਸੀਂ ਸੈਂਟਰ ਆਫ ਅਟਰੈਕਸ਼ਨ, ਫੋਕਸ ਆਫ ਅਟਰੈਕਸ਼ਨ, ਔਰ ਜੇ ਅਸੀਂ ਪਿੰਡ ਨੂੰ ਇੱਕ ਤਰੀਕੇ ਦਾ ਫੋਕਸ ਬਣਾ ਲਈਏ ਸਾਰੀ ਆਪਣੀ ਡਿਵੈਲਪਮੈਂਟ ਦਾ, ਤੇ ਤਦ ਫਿਰ ਲੋਕਾਂ ਨੂੰ ਲੋੜ ਹੀ ਨਹੀਂ ਕਿ ਸ਼ਹਿਰਾਂ ਨੂੰ ਆਉਣ ਦੀ, ਕਿਉਂਕਿ ਪਿੰਡਾਂ ਦੀ ਤਾਜ਼ੀ ਹਵਾ ਖਾਣਗੇ ਲੋਕੀ, ਬੜੀ ਸੋਹਣੀ ਉੱਥੇ ਵਾਤਾਵਰਨ ਆ, ਉਹਦੇ 'ਚ ਰਹਿਣਾ ਚਾਹਣਗੇ। ਸੋ ਇਸ ਸਾਰੇ ਸਿਸਟਮ ਨੂੰ ਅਸੀਂ ਆਪਾਂ ਨੂੰ, ਮੈਂ ਦੱਸਿਆ ਵੀ ਆਪਾਂ ਨੂੰ ਰਿਵਰਸ ਗੇਅਰ ਲਾਉਣ ਦੀ ਲੋੜ ਆ। ਉਹ ਤਦ ਹੀ ਲੱਗ ਸਕਦਾ ਜੇ ਆਪਾਂ ਆਪ ਥੋੜ੍ਹੇ ਜਿਹੇ ਜਾਗਰੂਕ ਹੋਈਏ। ਇੱਕ ਹੋਰ ਕਾਲਰ ਨੇ ਸਾਡੇ ਨਾਲ, ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਹਾਂਜੀ ਹਾਂਜੀ, ਮੈਂ ਬਹੁਤ ਚਿਰ ਦਾ ਵੇਟ ਕਰ ਰਿਹਾ ਜੀ। ਮੈਂ ਐਮ ਸੋ ਸੌਰੀ ਜੀ, ਸੌਰੀ। ਐਕਚੁਅਲੀ ਕਾਲ ਆਪਾਂ ਇੱਕ ਇੱਕ ਕਰਕੇ ਲੈ ਸਕਦੇ ਹਾਂ। ਦੱਸੋ ਕੌਣ ਬੋਲ ਰਹੇ ਤੁਸੀਂ? ਮੈਂ ਮਨਜੀਤ ਸਿੰਘ ਪੰਡੋਰੀ ਬੋਲ ਰਿਹਾ ਜੀ। ਹਾਂਜੀ ਮਨਜੀਤ ਸਿੰਘ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਜੇ? ਮੈਂ ਇੱਥੇ ਨਿਊਯਾਰਕ ਤੋਂ ਬੋਲ ਰਿਹਾ ਜੀ। ਤੇ ਪਿੱਛੋਂ ਕੋਈ ਪੰਡੋਰੀ ਪਿੰਡ ਆਪਣੇ ਕਿਹੜੇ ਜ਼ਿਲ੍ਹੇ 'ਚ ਆ? ਮੈਂ ਜ਼ਿਲ੍ਹਾ ਕਪੂਰਥਲੇ 'ਚ ਪੰਡੋਰੀ ਤੋਂ ਆ ਜੀ, ਭੁਲੱਥ ਤੋਂ। ਓਕੇ, ਭੁਲੱਥ ਤੋਂ। ਹਾਂਜੀ ਮਨਜੀਤ ਸਿੰਘ ਜੀ, ਹੁਕਮ ਕਰੋ। ਤੇ ਹੁਕਮ ਨਹੀਂ ਹੈ, ਬੇਨਤੀ ਹੈ। ਜਿਹੜਾ ਇਹ ਕੰਮ ਹੋ ਰਿਹਾ ਹੈ, ਜਿਹੜਾ ਤੁਸੀਂ ਇਲੈਕਸ਼ਨ ਬਾਰੇ ਗੱਲ ਕਰਦੇ ਸੀ ਪਏ ਜੀ। ਹਾਂਜੀ ਹਾਂਜੀ, ਆਵਾਜ਼ ਆ ਰਹੀ? ਮੈਂ ਨਿਊਯਾਰਕ ਤੋਂ ਬੋਲ ਰਿਹਾ ਜੀ। ਹਾਂ ਬਿਲਕੁਲ ਆਵਾਜ਼ ਆ ਰਹੀ ਜੀ। ਤੁਸੀਂ ਆਪਣਾ ਨਾ ਟੀਵੀ ਦਾ ਵੋਲਿਊਮ ਥੋੜ੍ਹਾ ਹੌਲੀ ਕਰ ਦਿਓ, ਫਿਰ ਆਪਣੀ ਗੱਲ ਚੰਗੀ ਤਰ੍ਹਾਂ ਗੱਲ ਹੋ ਜੂਗੀ, ਰਾਬਤਾ ਬਿਲਕੁਲ ਕਲੀਅਰ ਹੋ ਜੂ। ਫਿਰ ਹੁਕਮ ਇਹ ਹੈ ਕਿ ਜਿਸ ਤਰ੍ਹਾਂ ਦੀਆਂ ਵੋਟਾਂ ਪੈ ਰਹੀਆਂ ਨੇ, ਜਾਂ ਅਸੀਂ ਅਮਰੀਕਾ 'ਚ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਜੀ, ਇਹ ਬਾਦਲ ਸਾਹਿਬ ਨੂੰ ਜਾਂ ਅਕਾਲੀ ਗੌਰਮੈਂਟ ਨੂੰ ਇਹ ਚਾਹੀਦਾ ਸੀ ਕਿ ਮਨਜੀਤ ਸਿੰਘ ਜੀ ਵਿੱਚ ਨਾ ਤੁਹਾਡੀ ਆਵਾਜ਼ ਕੱਟ ਰਹੀ ਆ, ਜਾਂ ਤੇ ਟੈਲੀਫੋਨ ਦੇ ਨਜ਼ਦੀਕ ਹੋ ਕੇ ਥੋੜਾ ਗੱਲ ਕਰੋ। ਠੀਕ ਹੈ ਜੀ ਹੁਣ? ਹਾਂ ਹੁਣ ਠੀਕ ਹੈ ਜੀ। ਅੱਛਾ, ਉਹ ਜਿਹੜੀਆਂ ਵੋਟਾਂ ਪੈ ਰਹੀਆਂ ਨੇ, ਜੇਕਰ ਨਹੀਂ, ਮੇਰੇ ਖਿਆਲ ਕਿਤੇ ਤੁਸੀਂ ਐਂ ਲੱਗ ਰਿਹਾ ਵੀ ਤੁਸੀਂ ਕਿਸੇ ਜਾਂ ਤੇ ਤੁਹਾਡਾ ਟੈਲੀਫੋਨ ਦੇ ਵਿੱਚ ਸੰਪਰਕ ਦੇ ਵਿੱਚ ਕੋਈ ਦਿੱਕਤ ਆ ਗਈ ਆ, ਆਪਣੀ ਗੱਲ ਵਿੱਚ ਕੱਟ ਰਹੀ ਆ। ਮਾਫ ਕਰਨਾ, ਤੁਸੀਂ ਵੇਟ ਵੀ ਕਰਦੇ ਰਹੇ ਫਿਰ ਵੀ ਆਪਣੀ ਗੱਲ ਨਹੀਂ ਹੋਈ, ਸਾਨੂੰ ਬਹੁਤ ਬੁਰਾ ਲੱਗ ਰਿਹਾ। ਅਸੀਂ ਨੰਬਰ ਵੇਖ ਕੇ ਕੋਸ਼ਿਸ਼ ਕਰਾਂਗੇ ਇਸ ਪਾਸੇ ਤੁਹਾਨੂੰ ਕਾਲ ਕਰੀਏ। ਇੱਕ ਹੋਰ ਸੱਜਣ ਨੇ, ਉਹਨਾਂ ਨਾਲ ਸੰਪਰਕ ਕਰਦੇ ਹਾਂ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਮੈਂ ਧਾਲੀਵਾਲ ਬੋਲਦਾ ਜੀ, ਵਰਜੀਨੀਆ ਤੋਂ। ਹਾਂਜੀ ਹਾਂਜੀ ਧਾਲੀਵਾਲ ਜੀ। ਸਰ ਪੰਚਾਇਤਾਂ ਬਾਰੇ ਮੈਂ ਗੱਲ ਕਰਨੀ ਸੀ। ਜਿਹੜਾ ਇਹ ਰਿਵਾਜ ਚੱਲਿਆ ਜੀ, ਇਹ ਹੁਣ ਖਤਮ ਵਾਲਾ ਸੌਖਾ ਨਹੀਂ। ਹਾਂਜੀ, ਅੱਜ ਤੋਂ 15 ਦਿਨ ਪਹਿਲਾਂ ਮੈਂ ਆਪਣੇ ਪਿੰਡ ਟੈਲੀਫੋਨ ਕੀਤਾ ਸੀ, ਆਪਣੇ ਭਤੀਜੇ ਨੂੰ ਕਿਹਾ ਵੀ ਤੁਸੀਂ ਸ਼ਰਾਬ ਸ਼ੁਰੂ ਨਾ ਵੰਡਿਓ, ਬਾਕੀ ਜੋ ਕੁਝ ਹੈਗਾ ਤੇ ਹੈਗਾ, ਆਪਣੀ ਇਲੈਕਸ਼ਨ ਵੱਲ ਧਿਆਨ ਦਿਓ, ਚੰਗੇ ਬੰਦੇ ਆਉਣੇ ਚਾਹੀਦੇ ਨੇ ਜੀ। ਉਹ ਕਹਿੰਦਾ ਚਾਚਾ ਜੀ ਮੈਂ ਕੀ ਕਰਾਂ, ਕਹਿੰਦਾ ਉਹ ਤਾਂ 9 ਵਜੇ ਲੋਕੀ ਆ ਬੈਠਦੇ ਨੇ, ਤੇ ਜੇ ਉਹਨਾਂ ਨੂੰ ਸ਼ਰਾਬ ਨਹੀਂ ਦੇਵਾਂਗੇ ਸਾਡੀ ਵੋਟ ਗਈ। ਨਹੀਂ, ਸਵੇਰੇ 9 ਵਜੇ ਕਿ ਰਾਤ ਨੂੰ 9 ਵਜੇ? ਨਾ, ਸਵੇਰੇ ਹੀ 9 ਵਜੇ ਜੀ, ਸਾਰਾ ਦਿਨ ਫਿਰ ਪੀਣੀ ਹੈ। ਉਹ ਤੁਹਾਡਾ ਫਲਾ। ਹਾਂਜੀ, ਉਸ ਤੋਂ ਬਾਅਦ ਸੁਣੋ ਜੀ, ਫਿਰ ਉਸ ਤੋਂ ਬਾਅਦ ਹੁਣ ਇਲੈਕਸ਼ਨ ਤੋਂ ਬਾਅਦ ਮੈਂ ਗੱਲ ਕੀਤੀ ਹੈ। ਖੈਰ ਮੇਰਾ ਭਤੀਜਾ ਤਾਂ ਹਾਰ ਗਿਆ। ਹਾਂਜੀ ਮੈਨੂੰ ਅਫਸੋਸ ਵੀ ਹੈ, ਲੇਕਿਨ ਪਤਾ ਲੱਗਿਆ ਵੀ 20,000 ਰੁਪਇਆ ਇੱਕ ਘਰ ਦਾ ਦਿੱਤਾ ਗਿਆ।
20,000 ਰੁਪਇਆ 4 ਵੋਟਾਂ ਘਰ ਦੀਆਂ ਜਾਂ 5 ਵੋਟਾਂ ਘਰ ਦੀਆਂ, ਇਸ ਹਿਸਾਬ ਨਾਲ ਸਾਡੇ ਪਿੰਡ ਦੇ ਵਿੱਚ ਵੋਟਾਂ ਵਿਕੀਆਂ ਨੇ। ਹੁਣ ਸਰ ਮੈਂ ਇੱਕੋ ਗੱਲ ਕਰਨੀ। ਹੈਲੋ ਜੀ हाँ सुन रहे हो जी? हाँ बिल्कुल बिल्कुल जी, हाँ जी हाँ जी। हाँ सर मैं एको गल करनी है भी जो होना सी वो तो हो गया जी। ये जेड़ी बुराई शुरू हुई है ये तुसी तां कहने हुण रिवर्स गेयर लाइए, ये 25 30 40 साल कोई उम्मीद तुसी रखो ही ना। जेड़ी भैड़ी आदत सानू वोटां खरीदण वालियां ने पा दित्ती या लैण वालियां ने पा दित्ती। हुण सर मैं एको डिवेलपमेंट दी गल करदा, पिंड दी डिवेलपमेंट दी जी। ਇਹ ਜਿਹੜਾ ਚਲੋ ਹੁਣ ਅਕਾਲੀਆਂ ਦਾ ਰਾਜ ਹੈ, ਅਕਾਲੀਆਂ ਦੇ ਸਰਪੰਚ ਆਏ ਨੇ, ਅਕਾਲੀ ਇੱਕ ਗੱਲ ਤਾਂ ਕਰ ਦੇਣ ਨਾ ਜੀ ਵੀ ਪਿੰਡਾਂ ਦੀ ਜਿਹੜੀ ਆਮਦਨ ਹੈ ਗੁਰਦੁਆਰੇ ਦੀ ਜੀ, ਉਹ ਪਿੰਡ ਵਾਲੇ ਦਾ ਚੜਾਵਾ, ਹੋਰ ਤਾਂ ਜੀ ਗੁਰਦੁਆਰੇ ਨੂੰ ਕੋਈ ਆਮਦਨ ਨਹੀਂ ਹੁੰਦੀ ਜੀ। ਜਾਂ ਕੋਈ ਦਾਨ ਦੇ ਜਾਂਦਾ ਜਾਂ ਚੜਾਵਾ ਹੈ ਜੀ। ਇਹਦੇ ਵਿੱਚੋਂ ਕੁਛ ਨਾ ਕੁਛ ਹਿੱਸਾ ਚਲੋ ਬਾਦਲ ਸਾਹਿਬ ਨੂੰ ਕਰਨਾ ਚਾਹੀਦਾ, ਅਕਾਲੀ ਦਲ ਨੂੰ ਕਰਨਾ ਚਾਹੀਦਾ ਵੀ ਸਕੂਲਾਂ ਲਈ ਤਾਂ ਕੁਛ ਹਿੱਸਾ ਗੁਰਦੁਆਰੇ ਫੰਡ ਵਿੱਚ ਰੱਖ ਦੇਣ। ਵਰਨਾ ਹੁਣ ਹੋ ਕੀ ਰਿਹਾ ਜੀ, ਹੋ ਇਹ ਰਿਹਾ ਸਰ ਬਈ 20 ਲੱਖ ਰੁਪਈਆ ਲੋਕੀ, ਸਾਡੇ ਪਿੰਡ ਦੀ ਉਹ ਗੱਲ ਹੈ ਵੀ 20 ਲੱਖ ਇੱਕ ਬੰਦੇ ਨੇ ਦਾਨ ਦਿੱਤਾ ਜਾਂ ਰੋਜ਼ ਦਾ ਉਹ ਹੈ, ਤੇ ਮੈਂ ਉਹਨਾਂ ਨੂੰ ਕਿਹਾ ਪਰਸਨਲੀ, ਮੈਂ ਕਿਹਾ ਵੀ ਇਹਦੇ ਵਿੱਚੋਂ ਕੁਛ ਸਕੂਲ ਦਾ ਵੀ ਬਣਾ ਦਈਏ ਆਪਾਂ। ਕਹਿੰਦੇ ਜੀ ਇਹ ਤਾਂ ਸਰਕਾਰ ਦਾ ਕੰਮ ਹੈ, ਸਾਡਾ ਇਹ ਕੰਮ ਨਹੀਂ। ਕੀ ਕੋਈ ਢੰਗ ਹੋ ਸਕਦਾ ਜੀ ਤੁਹਾਡੇ ਰਾਹੀਂ? ਜੀ ਬਿਲਕੁਲ ਬਿਲਕੁਲ ਧਾਲੀਵਾਲ ਜੀ, 2-3 ਮਸਲੇ ਤੁਸੀਂ ਬੜੇ ਵਧੀਆ ਚੁੱਕੇ ਆ। ਤੁਸੀਂ ਕਿਹਾ ਕਿ ਇੱਕ ਤੇ ਹੁਣ ਆਪਾਂ ਬਹੁਤੀ ਉਮੀਦ ਨਹੀਂ ਕਰ ਸਕਦੇ, ਆਪਾਂ ਦਿਲ ਨਾ ਛੱਡੀਏ, ਮੇਰੇ ਖਿਆਲ ਇਸ਼ੂਜ਼ ਰੇਜ਼ ਕਰਦੇ ਰਹੀਏ। ਮੇਰਾ ਖਿਆਲ ਹੈ ਜਿਸ ਤਰ੍ਹਾਂ ਦੀ ਧਾਂਦਲੇਬਾਜ਼ੀ ਸਾਹਮਣੇ ਆ ਰਹੀ ਆ, ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਵੀ ਇੰਨਾ ਪੈਸਾ ਵੰਡਿਆ ਗਿਆ, ਮੇਰਾ ਤਾਂ ਖਿਆਲ ਆ ਕਿ ਸ਼ਾਇਦ ਇਹਦੇ 'ਚ ਕੋਰਟਸ ਨੂੰ ਇੰਟਰਵੀਨ ਕਰਨਾ ਚਾਹੀਦਾ ਔਰ ਇੱਕ ਬੜੀ ਹਾਈ ਲੈਵਲ CBI ਨਹੀਂ, ਮੇਰੇ ਖਿਆਲ ਇੱਕ ਜੁਡੀਸ਼ੀਅਲ ਇਨਕੁਆਇਰੀ ਆਰਡਰ ਹੋਣੀ ਚਾਹੀਦੀ ਆ ਕਿ ਪੈਸਾ ਵਾਕਈ ਵੰਡਿਆ ਗਿਆ ਔਰ ਜਿਹੜੇ ਲੋਕਾਂ ਨੇ ਪੈਸਾ ਵੰਡਿਆ ਸ਼ਾਇਦ ਉਹਨਾਂ ਨੂੰ ਵੋਟਾਂ ਦਾ ਅਧਿਕਾਰ ਉਹਨਾਂ ਦਾ ਕੈਂਸਲ ਕਰ ਦੇਣਾ ਚਾਹੀਦਾ। ਸ਼ਾਇਦ ਇਹੋ ਜਿਹਾ ਸਖਤ ਸਟੈਪ ਜੇ ਨਾ ਲਿਆ ਗਿਆ ਤੇ ਵਾਕਈ ਉਹ ਗੱਲ ਠੀਕ ਹੈ ਵੀ 40-50 ਸਾਲ ਲਈ ਬਿਲਕੁਲ ਬਰਬਾਦੀ ਹੋ ਜੂ। ਸੋ ਮੇਰਾ ਖਿਆਲ ਹੈ ਸਾਨੂੰ ਟੂ ਸਟੈਮ ਦੀ ਰੌਟ, ਇਹ ਜੋ ਸਿਸਟਮ ਆ ਇਹ ਹੋਰ ਨਾ ਵਿਗੜੇ, ਮੇਰਾ ਖਿਆਲ ਹੈ ਕੋਈ ਇਹੋ ਜਿਹਾ ਸਖਤ ਕਦਮ ਚੁੱਕਣ ਦੀ ਲੋੜ ਹੈ। ਸਰਕਾਰ ਨੇ ਤਾਂ ਨਹੀਂ ਚੁੱਕਣਾ ਹੈ, ਪਰ ਮੇਰੇ ਖਿਆਲ ਹੈ ਹਾਈ ਕੋਰਟ ਨੂੰ ਸ਼ਾਇਦ ਇਹਦੇ 'ਚ ਇੰਟਰਵੀਨ ਕਰਨਾ ਚਾਹੀਦਾ ਵਾ। ਮੈਨੂੰ ਆਸ ਹੈ ਕਿ ਕੋਈ ਨਾ ਕੋਈ ਬੰਦਾ ਜ਼ਰੂਰ ਸ਼ਖਸ ਜਿਹੜਾ ਵਾ ਕੋਈ ਇਸ਼ੂ ਲੈ ਕੇ ਜਾਊਗਾ। ਦੂਜੀ ਤੁਸੀਂ ਗੱਲ ਕੀਤੀ ਆ ਵੀ ਗੁਰਦੁਆਰਿਆਂ ਦੀ ਔਰ ਸਕੂਲਸ ਦੀ ਕੋਈ ਉਹਨਾਂ ਦਾ ਆਮਦਨ ਦਾ ਜ਼ਰੀਆ ਨਹੀਂ ਹੁੰਦਾ, ਉਸ ਗਵਰਨਮੈਂਟਸ ਦੀਆਂ ਗ੍ਰਾਂਟਸ ਦੇ ਉੱਤੇ ਜਾਂ ਗਵਰਨਮੈਂਟਸ ਦੇ ਫੰਡਸ ਦੇ ਉੱਤੇ ਹੀ ਡਿਪੈਂਡ ਕਰਦੇ ਆ, ਸਪੈਸ਼ਲੀ ਸਕੂਲਸ। ਗੁਰਦੁਆਰੇ ਜਿਹੜੇ ਆ ਉੱਥੇ ਤਾਂ ਖੈਰ ਚੜਾਵਾ ਆ ਜਾਂਦਾ। ਮੈਂ ਇੱਥੇ ਤੁਹਾਨੂੰ ਇੱਕ ਜ਼ਿਕਰ ਕਰਨਾ ਚਾਹੁੰਦਾ ਵਾਂ, ਜਦੋਂ ਆਪਣੇ ਨਵੇਂ ਏਰੀਆਜ਼ ਦੀ ਅੰਗਰੇਜ਼ਾਂ ਨੇ ਕੋਲੋਨਾਈਜੇਸ਼ਨ ਕੀਤੀ ਸੀ, ਜਿਵੇਂ ਮੌਂਟਗੋਮਰੀ ਜਾਂ ਲੈਲਪੁਰ ਜਾਂ ਸਰਗੋਦਾ ਪਾਕਿਸਤਾਨ 'ਚ, ਜਾਂ ਬਾਅਦ ਦੇ ਵਿੱਚ ਸ਼੍ਰੀ ਗੰਗਾਨਗਰ ਰਾਜਸਥਾਨ ਦੇ ਵਿੱਚ, ਲਾਰਡ ਰਿਡਕਨ ਜਿਨ੍ਹਾਂ ਨੇ ਉੱਥੇ ਮੁਰੱਬੇਬੰਦੀ ਕੀਤੀ, ਜਿਨ੍ਹਾਂ ਨੇ ਉੱਥੋਂ ਦੀ ਉਸ ਏਰੀਆ ਦੀ ਪਲੈਨਿੰਗ ਕੀਤੀ, ਬੜੀ ਇੰਟਰਸਟਿੰਗ ਚੀਜ਼ ਹੈ। ਵੇਖੋ ਉਹਨਾਂ ਲੋਕਾਂ ਦਾ ਵਿਜ਼ਨ ਕਿੰਨਾ ਸੀ। ਉਹਨਾਂ ਨੇ ਹਰ ਗੁਰਦੁਆਰੇ ਦੇ ਨਾਂ 'ਤੇ ਪਿੰਡਾਂ ਦੇ ਵਿੱਚ, ਜਾਂ ਜਿਹੜਾ ਧਰਮ ਸਥਾਨ ਸੀ, ਜੇ ਕੋਈ ਉੱਥੇ ਹਿੰਦੂਆਂ ਦਾ ਉੱਥੇ ਮੰਦਿਰ ਦੇ ਨਾਂ 'ਤੇ, ਹਰ ਧਰਮ ਸਥਾਨ ਦੇ ਨਾਂ 'ਤੇ ਉਹਨਾਂ ਨੇ ਥੋੜ੍ਹੀ ਜਿਹੀ ਜ਼ਮੀਨ ਲਾਈ, ਸੋ ਦਾ ਜਿਹੜਾ ਉਹਨਾਂ ਦਾ ਗ੍ਰੰਥੀ ਆ ਜਾਂ ਜਿਹੜਾ ਪੰਡਿਤ ਆ ਉਹ ਉਹਦਾ ਕੋਈ ਆਮਦਨ ਦਾ ਜ਼ਰੀਆ ਹੋਵੇ, ਰੋਟੀ ਖਾਣ ਦਾ ਜ਼ਰੀਆ ਹੋਵੇ, 6 ਕਿੱਲੇ 8 ਕਿੱਲੇ। ਇਹ ਬੜਾ ਇੰਟਰਸਟਿੰਗ ਸਿਸਟਮ ਆ। ਇਸੇ ਤਰ੍ਹਾਂ ਹੀ ਸਕੂਲਾਂ ਦੇ ਨਾਂ ਦੇ ਨਾਲ ਤੁਹਾਨੂੰ ਪਤਾ ਹੀ ਆ ਗਰਾਊਂਡ ਹੁੰਦੇ ਸੀਗੇ। ਸੋ ਪਿੰਡਾਂ ਦੇ ਵਿੱਚ ਹਾਲੀ ਵੀ ਬਹੁਤ ਸ਼ਾਮਲਾਟ ਲੈਂਡ ਪਈ ਆ। ਲੋੜ ਇਹ ਆ ਵੀ ਜਿਹੜੀ ਇਹ ਸ਼ਾਮਲਾਟ ਲੈਂਡ ਆ ਉਹਨਾਂ 'ਤੇ ਕੋਈ ਕਾਨੂੰਨ ਬਣਾ ਕੇ ਉਹ ਉੱਥੋਂ ਦੇ ਜਿਹੜੇ ਸਕੂਲ ਆ ਉਹਨਾਂ ਦੇ ਨਾਂ 'ਤੇ ਲਾਤੀ ਜਾਵੇ। ਉਹ ਸ਼ਾਮਲਾਟ ਲੈਂਡ ਨੂੰ ਜੇ ਅਸੀਂ ਖਾਲੀ ਰਹਿਣ ਦੇਵਾਂਗੇ ਤੇ ਉਹ ਜਿਹੜੇ ਉੱਥੋਂ ਦੇ ਇਨਫਲੂਐਂਸ਼ੀਅਲ ਲੋਕੀ ਆ ਉਹ ਉਹਨੂੰ ਜਾਂ ਲੀਜ਼ 'ਤੇ ਲੈ ਲੈਂਦੇ ਆ ਜਾਂ ਉਹਨੂੰ ਹੜੱਪ ਲੈਂਦੇ ਆ, ਜਾਂ ਸਾਰੇ ਪਿੰਡ ਦੀ ਮਿਲੀ ਭੁਗਤ ਨਾਲ ਉਹ ਜਿਹੜੇ ਲੋਕੀ ਆਪਸ ਦੇ ਵਿੱਚ ਵੰਡ ਲੈਂਦੇ ਆ। ਸੋ ਇਸ ਕਰਕੇ ਮੇਰਾ ਖਿਆਲ ਹੈ ਇਹਦੇ ਵਿੱਚ ਕੋਈ ਇਹੋ ਜਿਹੇ ਕਦਮ ਚੁੱਕਣ ਦੀ ਲੋੜ ਆ ਕਿ ਜਿਹੜੇ ਸਕੂਲ ਆ ਉਹ ਬਿਲਕੁਲ ਇਸ ਤਰ੍ਹਾਂ ਨਾਲ ਉਹਨਾਂ ਨੂੰ ਲੱਗੇ ਵੀ ਉਹਨਾਂ ਕੋਲ ਕੋਈ ਸਿਸਟਮ ਨਹੀਂ ਹੈ, ਜਿਸ ਗ੍ਰਾਂਟ ਮਿਲੇ ਤੇ ਚੱਲਣਗੇ, ਜੇ ਗ੍ਰਾਂਟ ਨਾ ਮਿਲੂਗੀ ਤੇ ਨਹੀਂ ਚੱਲਣਗੇ। ਸੋ ਕੋਈ ਇਸ ਤਰ੍ਹਾਂ ਦੇ ਸਿਸਟਮ ਕਰਨ ਦੀ ਲੋੜ ਹੈ। ਜੇ ਅੰਗਰੇਜ਼ ਕਰ ਸਕਦੇ ਸੀ ਸਾਡੇ ਵਾਸਤੇ ਤਾਂ ਅਸੀਂ ਆਪਣੇ ਵਾਸਤੇ ਤੇ ਇਹੋ ਜਿਹੇ ਕਦਮ ਜ਼ਰੂਰ ਚੁੱਕ ਸਕਦੇ ਹਾਂ। ਧਾਲੀਵਾਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਸੰਪਰਕ ਕੀਤਾ ਔਰ ਆਪਣੀਆਂ ਗੱਲਾਂ ਜਿਹੜੀਆਂ ਵਾ ਆਪਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ। ਸਮਾਂ ਬੜਾ ਥੋੜ੍ਹਾ ਜਿਹਾ ਰਹਿ ਗਿਆ, ਸਾਨੂੰ ਈਮੇਲਸ ਕਾਫੀ ਆਈਆਂ ਵਾ, ਸੋ ਮੈਂ ਮਾਫ ਕਰਦਾ ਜਿਹੜੇ ਲੋਕੀ ਵੇਟ ਕਰ ਰਹੇ ਆ। ਮੈਂ 2-3 ਈਮੇਲਸ ਦਾ ਜ਼ਿਕਰ ਕਰਨਾ ਚਾਹੁੰਦਾ, ਉਸ ਤੋਂ ਬਾਅਦ ਜੇ ਸਮਾਂ ਰਿਹਾ ਤਾਂ ਆਪਾਂ ਗੱਲਬਾਤ ਵੀ ਟੈਲੀਫੋਨ 'ਤੇ ਲਾਵਾਂਗੇ। ਜਿਹੜੀ ਸਾਡੀ 9 ਲੜੀਆਂ ਵਾਲੀ ਜਿਹੜੀ ਆਪਰੇਸ਼ਨ ਬਲੂ ਸਟਾਰ ਦੇ ਉੱਤੇ ਡਾਕੂਮੈਂਟਰੀ
ਉਹਦੇ 'ਤੇ ਹਾਲੇ ਵੀ ਕਾਫੀ ਸਾਨੂੰ ਈਮੇਲਸ ਆ ਰਹੀਆਂ ਨੇ, ਕੁਝ ਸੁਝਾਅ ਵੀ ਆ ਰਹੇ ਨੇ। ਇਹਨਾਂ ਸਾਰਿਆਂ ਸੁਝਾਵਾਂ ਦਾ ਈਮੇਲਸ ਦਾ ਅਸੀਂ ਸਵਾਗਤ ਕਰਦੇ ਹਾਂ। ਇੱਕ ਈਮੇਲ ਆਈ ਹੈ ਗੁਰਜੀਤ ਪਾਲ ਕੌਰ ਤੋਂ। ਉਹਨਾਂ ਨੇ ਡੇ ਐਂਡ ਨਾਈਟ ਦੇ ਉਸ ਉਪਰਾਲੇ ਦੀ, ਸਾਡੇ ਉਪਰਾਲੇ ਦੀ ਸਰਾਹਨਾ ਕੀਤੀ ਆ। ਉਹਨਾਂ ਕਿਹਾ ਕਿ ਇੱਕ ਐਪੀਸੋਡ, ਇਹ ਸਾਰੇ ਐਪੀਸੋਡ ਜਿਹੜੇ ਆ ਇਹਨਾਂ ਨਾਲ ਉਹਨਾਂ ਦੀ ਜਾਣਕਾਰੀ 'ਚ ਵਾਧਾ ਹੋਇਆ। ਜਨਰਲ ਬਰਾੜ ਨਾਲ ਇੰਟਰਵਿਊ ਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਕਿਉਂਕਿ ਅਸੀਂ ਇੱਕ ਬਹੁਤ ਗੰਭੀਰ ਮਸਲਾ ਡਿਸਕਸ ਕਰ ਰਹੇ ਸਾਂ, ਸੋ ਇਸ ਮਸਲੇ ਦੌਰਾਨ, ਇਸ ਇੰਟਰਵਿਊ ਦੌਰਾਨ ਮੈਨੂੰ ਸਮਾਈਲ ਨਹੀਂ ਕਰਨਾ ਚਾਹੀਦਾ ਸੀ। ਗੁਰਜੀਤ ਪਾਲ ਜੀ, ਇਹ ਇੰਟਰਵਿਊ ਮੈਂ ਦੱਸਣਾ ਚਾਹੁੰਦਾ ਕਰੀਬ 1 ਘੰਟੇ ਤੋਂ ਵੱਧ ਸਮੇਂ ਦਾ ਸੀ। ਕਈ ਕੁਛ ਅਸੀਂ ਗੱਲਾਂ ਕੀਤੀਆਂ ਇਸ ਇੰਟਰਵਿਊ ਦੇ ਵਿੱਚ। ਕਈ ਮੋਮੈਂਟਸ ਵੀ ਆਏ, ਕੁਝ ਇਹੋ ਜਿਹੇ ਮੋਮੈਂਟਸ ਵੀ ਆਏ ਜਦੋਂ ਅਸੀਂ ਆਪਸ ਦੇ ਵਿੱਚ ਝਗੜ ਵੀ ਪਏ। ਸੋ ਹੋ ਸਕਦਾ ਕਿਸੇ ਮੋਮੈਂਟ ਦੇ ਵਿੱਚ ਮੂੰਹ 'ਤੇ ਕੋਈ ਮੁਸਕਰਾਹਟ ਵੀ ਆ ਗਈ ਹੋਵੇ। ਇਹ ਉਹ ਇਨਫੈਕਟ ਉਦੋਂ ਬੰਦਾ ਰਿਅਲਾਈਜ਼ ਨਹੀਂ ਕਰਦਾ, ਕਿਉਂਕਿ ਉਦੋਂ ਤੁਸੀਂ ਇੰਟਰਵਿਊ ਦੇ ਵਿੱਚ ਤੁਹਾਡਾ ਜਿਹੜਾ ਦਿਮਾਗ ਆ ਉਹ ਕੁਐਸਚਨਸ ਦੇ ਉੱਤੇ ਫੋਕਸਡ ਹੁੰਦਾ, ਅਗਲੇ ਬੰਦੇ ਦੀ ਗੱਲ ਸੁਣਨ 'ਤੇ ਫੋਕਸਡ ਹੁੰਦਾ। ਉਹ ਬਾਅਦ ਦੇ ਵਿੱਚ ਇਨਸਾਨ ਜਿਹੜਾ ਵਾ ਉਹ ਰਿਅਲਾਈਜ਼ ਕਰਦਾ ਵੀ ਇਹ ਮੂਮੈਂਟਸ ਜਿਹੜੇ ਸੀ ਇਹ ਨਹੀਂ ਆਉਣੇ ਚਾਹੀਦੇ ਸੀ, ਇਹ ਮੂਮੈਂਟ ਸਹੀ ਨਹੀਂ ਸੀ। ਗੁਰਜੀਤ ਪਾਲ ਜੀ, ਤੁਸੀਂ ਇਹ ਵੀ ਪੁੱਛਿਆ ਕਿ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਕੋਈ ਬਲਾਤਕਾਰ ਦੇ ਵਾਕਿਆ ਸਾਹਮਣੇ ਆਏ ਕਿ ਨਹੀਂ। ਮੈਨੂੰ, ਕਿਉਂਕਿ ਇਹ ਪੁਰਾਣੀ ਕਾਫੀ ਗੱਲ ਆ, ਵੈਸੇ ਮੈਂ ਉਸ ਵੇਲੇ ਰਿਪੋਰਟ ਤਾਂ ਕਰਦਾ ਸੀ, ਮੈਨੂੰ ਕੋਈ ਯਾਦ ਨਹੀਂ ਕਿ ਉਸ ਵੇਲੇ ਕੋਈ ਨਿੱਜੀ ਜਾਣਕਾਰੀ ਨਹੀਂ ਕਿ ਉਸ ਵੇਲੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਉਹ ਜਿਹੜੇ 5-7 ਦਿਨ ਸੀ ਉਹਨਾਂ 'ਚ ਕੋਈ ਇਹੋ ਜਿਹੀ ਗੱਲ ਸੁਣਨ 'ਚ ਆਈ ਹੋਵੇ। ਹਾਂ, ਕਿਉਂਕਿ ਫੌਜ ਉਹਨਾਂ ਦਿਨਾਂ 'ਚ ਪਿੰਡਾਂ ਅਤੇ ਸ਼ਹਿਰਾਂ 'ਚ ਤਾਇਨਾਤ ਸੀ, ਪਿੰਡਾਂ ਦੇ ਵਿੱਚ ਤਾਇਨਾਤ ਸੀ। ਉੱਥੇ ਜ਼ਰੂਰ ਲੋਕਾਂ ਵੱਲੋਂ ਫੌਜ ਦੇ ਖਿਲਾਫ ਮਿਸਬਿਹੇਵੀਅਰ ਦੀਆਂ ਕੰਪਲੇਂਟਸ ਆਈਆਂ ਕਿ ਆਰਮੀ ਇੰਟਰਫੇਅਰ ਕਰ ਰਹੀ ਸੀ ਕਈ ਪਿੰਡਾਂ ਦੇ ਵਿੱਚ ਨਿੱਜੀ ਮਸਲਿਆਂ ਦੇ ਵਿੱਚ। ਇਹਨਾਂ 'ਚੋਂ ਕੋਈ ਬਲਾਤਕਾਰ ਦੀ ਰਿਪੋਰਟ ਹੋਈ, ਬਲਾਤਕਾਰ ਦਾ ਇਨਸੀਡੈਂਟ ਹੋਇਆ ਜਾਂ ਨਹੀਂ ਹੋਇਆ, ਇਹਦੇ ਬਾਰੇ ਦੇਖਣਾ ਪਊ ਵੀ ਉਦੋਂ ਕੋਈ FIRs ਪੁਲਿਸ ਰਿਕਾਰਡਸ ਦੇ ਵਿੱਚ ਹੋਈਆਂ ਕਿ ਨਹੀਂ ਹੋਈਆਂ, ਕਿਉਂਕਿ ਇਹ ਪੁਰਾਣੀ ਗੱਲ ਆ। ਸੋ ਇਸ ਕਰਕੇ ਆਪਾਂ ਨੂੰ ਪੁਲਿਸ ਰਿਕਾਰਡ ਦੇਖਣਾ ਪਊ। ਇੱਕ ਹੋਰ ਈਮੇਲ ਆਈ ਹੈ ਕੈਲੀਫੋਰਨੀਆ ਤੋਂ, ਰਾਜਵੀਰ ਸਿੰਘ ਤੋਂ। ਉਹਨਾਂ ਵੀ ਸਾਡੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ, ਲੇਕਿਨ ਉਹਨਾਂ ਦਾ ਵਿਚਾਰ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਫੌਜ ਵੱਲੋਂ ਜਾਣਕਾਰੀ ਜਿਹੜੀ ਦਿੱਤੀ ਆ ਉਹ ਨਾਕਾਫੀ ਹੈ। ਉਹਨਾਂ ਕਿਹਾ ਕਿ ਇਹ ਵਾਕਿਆ ਸਰਕਾਰ ਵੱਲੋਂ ਜਿਹੜੇ ਬੇਗੁਨਾਹ, ਇਸੇ ਤਰ੍ਹਾਂ ਹੀ ਜਿਹੜੇ ਬੇਗੁਨਾਹ ਲੋਕ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਕਿ ਨਹੀਂ ਦਿੱਤਾ ਜਾਂ ਕਿੰਨਾ ਦਿੱਤਾ, ਉਸ ਬਾਰੇ ਵੀ ਜਾਣਕਾਰੀ ਸਾਡੇ ਇਸ ਡਾਕੂਮੈਂਟਰੀ ਦੇ ਵਿੱਚ ਨਹੀਂ ਦਿੱਤੀ ਗਈ। ਰਾਜਵੀਰ ਸਿੰਘ, ਮੈਂ ਦੁਬਾਰਾ ਅਸੀਂ ਆਪਣੀ ਡਾਕੂਮੈਂਟਰੀ ਦੇਖੀ, ਮੈਂ ਮੰਨਦਾ ਕਿ ਇਹਨਾਂ ਦੋਵਾਂ ਗੱਲਾਂ ਬਾਰੇ, ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਔਰ ਜਿਹੜੀ ਮੁਆਵਜ਼ਾ ਜਿਹੜਾ ਲੋਕਾਂ ਨੂੰ ਮਿਲਿਆ ਕਿ ਨਹੀਂ ਬਾਰੇ, ਇਸ ਬਾਰੇ ਸ਼ਾਇਦ ਡਾਕੂਮੈਂਟਰੀ ਦੇ ਵਿੱਚ ਪੂਰੀ ਜਾਣਕਾਰੀ ਪੂਰੀ ਨਹੀਂ ਹੈ। ਅਸੀਂ ਇਹ ਪੂਰੀ ਕਰਨ ਦੀ ਜਿਹੜਾ ਅਗਲਾ ਐਡੀਸ਼ਨ ਕੱਢਾਂਗੇ ਉਹਦੇ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਵੀ ਜਾਣਕਾਰੀ ਵਿੱਚ ਇਨਕਲੂਡ ਕਰ ਸਕੀਏ। ਰਾਜਵੀਰ ਸਿੰਘ ਨੇ ਇਹ ਵੀ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੀ ਕੌਮ ਨੂੰ ਕੋਈ ਪ੍ਰੋਪਰ ਸਿਆਸੀ ਲੀਡਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹੁਣ ਤੱਕ ਨਹੀਂ ਮਿਲ ਸਕਿਆ। ਇੱਕ ਈਮੇਲ ਰਾਹੀਂ ਰਿਸ਼ੀ ਸ਼ਰਮਾ ਨੇ ਲਿਖਿਆ ਹੈ ਕਿ ਇਸ ਡਾਕੂਮੈਂਟਰੀ ਤੋਂ ਸਾਨੂੰ ਸਭ ਨੂੰ ਸਿੱਖ ਲੈਣੀ ਚਾਹੀਦੀ ਹੈ। ਜੋ ਕੁਝ ਹੋਇਆ ਉਹ ਬਹੁਤ ਦੁਖਦਾਇਕ ਸੀ। ਅਸੀਂ ਕਿਸੇ ਧਰਮ ਜਾਂ ਜਾਤ ਨੂੰ ਤੋਂ ਵੀ ਹੋਈਏ, ਅਸੀਂ ਇਸ ਵਾਸਤੇ ਸਾਰੇ ਹੀ ਜ਼ਿੰਮੇਵਾਰ ਹਾਂ ਅਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਹਾਲਾਤ ਨਾ ਬਣ ਕਿ ਇਹੋ ਜਿਹਾ ਕੰਮ ਕਰਨਾ ਪਵੇ। ਸਰਕਾਰ ਨੂੰ ਵੀ ਚਾਹੀਦਾ, ਉਹਨਾਂ ਤਾੜਨਾ ਦਿੱਤੀ ਵੀ ਇਹੋ ਜਿਹਾ ਕੰਮ ਸਰਕਾਰ ਨੂੰ ਵੀ ਨਹੀਂ ਕਰਨਾ ਚਾਹੀਦਾ। ਇੱਕ ਹੋਰ ਈਮੇਲ ਆਈ ਹੈ ਨਿਊ ਫਾਊਂਡਲੈਂਡ ਕੈਨੇਡਾ ਤੋਂ। ਇਸ 'ਚ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਆਪਰੇਸ਼ਨ ਬਲੂ ਸਟਾਰ ਨਾਲ ਸਿੱਖ ਕੌਮ ਦਾ ਨੁਕਸਾਨ ਤਾਂ ਹੋਇਆ ਹੀ ਹੈ, ਪਰ ਇਸ ਤੋਂ ਜ਼ਿਆਦਾ ਨੁਕਸਾਨ ਸਾਡੇ ਮੁਲਕ ਦਾ ਹੋਇਆ। ਉਹਨਾਂ ਅੱਗੇ ਲਿਖਿਆ ਕਿ ਉਹਨਾਂ ਨੂੰ ਇੰਝ ਲੱਗਦਾ ਕਿ ਇਸ ਸਭ ਤੋਂ ਬਾਅਦ ਬਹੁਤ ਸਾਰੇ ਸਿੱਖ ਹੁਣ ਫੌਜ 'ਚ ਨੌਕਰੀ ਨਹੀਂ ਕਰਨਾ ਚਾਹੁੰਦੇ। ਇਸ ਗੱਲ 'ਚ ਮੈਂ ਕਹਿਣਾ ਚਾਹੁੰਦਾ ਕਿ ਪੂਰੀ ਸੱਚਾਈ ਨਹੀਂ ਹੈ। ਹਾਲੀ ਵੀ ਸਿੱਖ ਔਰ ਪੰਜਾਬੀ ਨੌਜਵਾਨ ਬੜੀ ਵੱਡੀ ਗਿਣਤੀ 'ਚ ਜਦੋਂ ਫੌਜ ਦੀ ਭਰਤੀ ਹੁੰਦੀ ਆ ਉਸ ਦੌਰਾਨ ਉੱਥੇ ਪਹੁੰਚਦੇ ਨੇ। ਕਈ ਵਾਕਿਆ ਇਹੋ ਜਿਹੇ ਹੋ ਜਾਂਦੇ, ਉੱਥੇ ਭੀੜ ਇੰਨੀ ਇਕੱਠੀ ਹੋ ਜਾਂਦੀ ਆ, ਉਹਨੂੰ ਕੰਟਰੋਲ ਕਰਨ ਵੀ ਗੋਲੀ ਵੀ ਚਲਾਉਣੀ ਪੈਂਦੀ। ਬੜੀ ਅਫਸੋਸ ਦੀ ਗੱਲ ਆ। ਹਾਂ, ਇਹ ਜ਼ਰੂਰ ਆ ਕਿ ਹੁਣ ਆਫਿਸਰ ਕਮਿਸ਼ਨ ਵਾਸਤੇ ਹੁਣ ਪੰਜਾਬੀ ਔਰ ਖਾਸ ਕਰਕੇ ਸਿੱਖ ਜਿਹੜੇ ਆ ਬੜੀ ਘੱਟ ਗਿਣਤੀ 'ਚ ਇਹਦੇ 'ਚ ਦਿਲਚਸਪੀ ਦਿਖਾ ਰਹੇ ਨੇ। ਇਹ ਸ਼ਾਇਦ ਇਸ ਕਰਕੇ ਵੀ ਆ ਕਿ ਕਿਉਂਕਿ ਹੁਣ ਪੰਜਾਬੀਆਂ ਕੋਲ ਬਾਹਰਲੇ ਮੁਲਕਾਂ 'ਚ ਤੁਹਾਡੇ ਸਭ ਕੁਝ ਜਾਣਨ ਲਈ ਉਹਨਾਂ ਕੋਲ ਜਿਹੜੀਆਂ ਸਹੂਲਤਾਂ ਨੇ ਉਹ ਮੁਹੱਈਆ ਨੇ। ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਵਾਸਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹੀ ਕੀਤਾ ਜੋ ਕਿਹਾ ਸੀ। ਜਿਹੜੇ ਲੋਕਾਂ ਨੇ ਉਹਨਾਂ ਦਾ ਨਜਾਇਜ਼ ਫਾਇਦਾ ਉਠਾਇਆ ਉਹਨਾਂ ਵਾਸਤੇ ਉਹਨਾਂ ਨੇ ਇੱਕ ਨਵੀਂ ਟਰਮ ਕੋਇਨ ਕੀਤੀ ਆ। ਉਹਨਾਂ ਕਿਹਾ ਕਿ ਇਹ ਸਾਰੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਦਾ ਨਜਾਇਜ਼ ਫਾਇਦਾ ਉਠਾਇਆ ਇਹ ਸਾਰੇ ਲੋਕੀ ਭੇਸਾਧਾਰੀ ਸਨ। ਇਹਨਾਂ ਨੇ ਇੱਕ ਨਵੀਂ ਟਰਮ ਕੋਇਨ ਕੀਤੀ ਆ।
ਹਾਲੇ ਹੋਰ ਵੀ ਈਮੇਲਸ ਨੇ, ਪਰ ਹੁਣ ਸਮਾਂ ਖਤਮ ਹੋ ਗਿਆ, ਸੋ ਮੈਂ ਨਹੀਂ ਹੋਰ ਈਮੇਲਸ ਲੈ ਸਕੂੰਗਾ। ਆਪਾਂ ਆਪਣੀ ਅਗਲੀ ਹੁਣ ਮੁਲਾਕਾਤ ਜਿਹੜੀ ਅਗਲੇ ਹਫਤੇ ਹੋਊਗੀ, ਉਦੋਂ ਤੱਕ ਆਪਾਂ ਈਮੇਲ ਦੇ ਜ਼ਰੀਏ ਆਪਾਂ ਸੰਪਰਕ ਰੱਖਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਹੈਵ ਅ ਗੁੱਡ ਵੀਕਐਂਡ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।